ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੀ ਸਾਧ ਸੰਗਤ ਜੀਓ, ਸੰਗਤ ਰੂਪ ਦੇ ਵਿੱਚ ਜੁੜ ਕੇ ਸਤਿਗੁਰਾਂ ਦੀ ਬਾਣੀ ਦੀ ਵਿਚਾਰ ਕਰੀਏ, ਸਤਿਗੁਰਾਂ ਦੇ ਉਪਦੇਸ਼ ਨੂੰ ਸਮਝੀਏ, ਮੰਨੀਏ, ਕਮਾਉਣ ਦੀ ਕੋਸ਼ਿਸ਼ ਕਰੀਏ। ਆਪਾਂ ਵਿਚਾਰ ਰਹੇ ਸੀ ਬਾਣੀ ਆਸਾ ਰਾਗ ਦੇ ਵਿੱਚ ਮਹੱਲੇ ਪਹਿਲੇ ਦੀ ਬਾਣੀ। ਪਰਸੋਂ ਆਪਾਂ ਵਿਚਾਰ ਕੀਤੀ ਸੀ ਕਿਉਂਕਿ ਕੱਲ ਆਪਾਂ ਲਾਈਵ ਨਹੀਂ ਹੋਏ। ਤਿਰ ਭਵਨ ਮਹਿ ਜੋਤ ਤਿਰ ਭਵਨ ਮਹਿ ਜਾਣਿਆ। ਤ੍ਰਿ ਭਵਨ ਦੇ ਵਿੱਚ ਜੋਤ ਹੈ, ਜਿਹੜਾ ਇਹ ਸਾਡਾ ਸਰੀਰ ਹੈ ਤ੍ਰਿਗੁਣਾਂ ਦਾ। ਇਸ ਤਨ ਦੇ ਵਿੱਚ, ਇਸ ਸਰੀਰ ਦੇ ਵਿੱਚ ਜੋਤ ਹੈ ਪਰਮੇਸ਼ਰ ਦੀ, ਤੇ ਜੋਤ ਨੂੰ ਪਹਿਚਾਣ ਕੇ ਉਸ ਨੂੰ ਤ੍ਰਿ ਭਵਨਾਂ ਵਿੱਚ ਵੀ ਦੇਖ ਲਿਆ ਤੇ ਫਿਰ ਚੌਥੇ ਪਦ ਦਾ ਗਿਆਨ ਹੋ ਜਾਂਦਾ ਹੈ। ਕਿਉਂਕਿ ਪਰਮੇਸ਼ਰ ਹਰ ਥਾਂ ਹੈ। ਜਦ ਤੱਕ ਅਸੀਂ ਆਪਣੀ ਜੋਤ ਨੂੰ ਨਹੀਂ ਪਹਿਚਾਣਦੇ, ਆਪਣੇ ਰੂਪ ਨੂੰ ਨਹੀਂ ਪਹਿਚਾਣਦੇ, ਪ੍ਰਭੂ ਦੀ ਪਹਿਚਾਣ ਨਹੀਂ ਹੁੰਦੀ। ਜਦੋਂ ਆਪਣੀ ਜੋਤ ਨੂੰ ਜਾਣ ਲਿਆ ਫਿਰ ਉਸ ਨੂੰ ਵੀ ਜਾਣ ਲੈਂਦੇ ਹਨ, ਜਿਸ ਨੂੰ ਆਪਾਂ ਹਰ ਰੋਜ਼ ਪੜ੍ਹਦੇ ਹਾਂ, ਜਾਤ ਮੈਂ ਜੋਤ ਜੋਤ ਮੈਂ ਹੈ ਜਾਤਾ, ਅਕਲ ਕਲਾ ਭਰਪੂਰ ਰਹਿਆ। ਉਲਟ ਪਈ ਘਰ ਮੈਂ ਆਣਿਆ, ਉਲਟ ਹੋ ਗਿਆ ਖੇਲ। ਆਪਣੇ ਤਨ ਦੇ ਵਿੱਚ ਹੀ 10 ਦੁਆਰਾਂ ਦਾ ਸਰੀਰ ਹੈ, ਉਸ 10ਵੇਂ ਦੁਆਰ ਦਾ ਗਿਆਨ ਹੋ ਗਿਆ, ਜਿਹੜਾ ਸਾਡਾ ਨਿਜ ਘਰ ਹੈ, ਉਸ ਨੂੰ ਜਾਣ ਲਿਆ। ਐਨਿਸ ਭਗਤ ਕਰੇ ਲਿਵ ਲਾਏ। ਹੁਣ ਲਿਵ ਜੁੜ ਗਈ ਕਿਉਂਕਿ ਜਾਣ ਲਿਆ। ਘਰ ਦੇ ਵਿੱਚ ਹੀ ਜੋਤ ਨੂੰ ਵੀ ਜਾਣ ਲਿਆ, ਇਸ ਕਰਕੇ ਹੁਣ ਭਗਤੀ ਸ਼ੁਰੂ ਹੋ ਗਈ ਹੈ। ਐਨਿਸ ਭਗਤ ਕਰੇ ਲਿਵ ਲਾਏ, ਐਨਿਸ ਭਗਤੀ ਕਰਦੇ ਹਾਂ ਲਿਵ ਜਾ ਕੇ, ਨਾਨਕ ਤਿਨ ਕਾ ਲਾਗੈ ਪਾਏ। ਜੋ ਭਗਤੀ ਕਰਦੇ ਨੇ, ਜਿਨ੍ਹਾਂ ਨੇ ਜਾਣ ਲਿਆ ਹੈ, ਉਹਨਾਂ ਤੋਂ ਗਿਆਨ ਲੈ ਕੇ ਆਪਾਂ ਲਿਵ ਜੋੜ ਸਕਦੇ ਹਾਂ। ਉਹਨਾਂ ਦੇ ਬਚਨਾਂ ਦੇ ਨਾਲ ਜੁੜਨਾ ਹੈ। ਭਾਵੇਂ ਲੱਗਣਾ ਕੀ ਹੈ ਕਿ ਉਹਨਾਂ ਦੇ ਉਪਦੇਸ਼ ਦੇ ਨਾਲ ਜੁੜਨਾ ਹੈ, ਉਹਨਾਂ ਦੇ ਦਿੱਤੇ ਗਿਆਨ ਨਾਲ ਜੁੜਨਾ ਹੈ। ਇਹ ਤੱਕ ਆਪਾਂ ਵਿਚਾਰ ਕੀਤੀ ਸੀ। ਆਓ ਅਗਲੇ ਸ਼ਬਦ ਦੀ ਆਪਾਂ ਵਿਚਾਰ ਕਰਦੇ ਹਾਂ। ਰਹੋ ਪੰਕਤੀਆਂ ਨੇ, ਹੈ ਹਜੂਰ ਹਾਜ਼ਰ ਅਰਦਾਸ, ਦੁੱਖ ਸੁੱਖ ਸਾਚ ਕਰਤੇ ਪ੍ਰਭ ਪਾਸ। ਕਿੱਥੇ ਹੈ ਮਾਲਕ? ਹਜੂਰ ਹੀ ਹੈ, ਹਾਜ਼ਰ ਹੈ। ਜ਼ਾਰਾ ਜ਼ਹੂਰ ਹੈ, ਹਾਜ਼ਰ ਹਜ਼ੂਰ ਹੈ। ਤੇ ਫਿਰ ਉਸ ਪਰਮੇਸ਼ਰ ਦੇ ਕੋਲ ਹੀ ਬੇਨਤੀ ਹੈ। ਕਿਹੜੀ ਬੇਨਤੀ ਹੈ? ਦੁੱਖ ਸੁੱਖ ਸਾਚ ਕਰਤੇ ਪ੍ਰਭ ਪਾਸ। ਉਸ ਪ੍ਰਭੂ ਦੇ ਕੋਲ ਹੀ ਫਿਰ ਦੁੱਖ ਵੀ ਸੁੱਖ ਵੀ ਉਸ ਪ੍ਰਭੂ ਦੇ ਪਾਸ ਹੀ ਰਹਿੰਦੇ, ਉਸ ਦੇ ਸਾਹਮਣੇ ਹੀ ਰਹਿੰਦੇ ਹਨ। ਤੇ ਇੱਕੋ ਹੀ ਬੇਨਤੀ ਹੁੰਦੀ ਹੈ ਕਿ ਚਾਹੇ ਦੁੱਖ ਦੇਵੇ ਚਾਹੇ ਸੁੱਖ ਦੇਵੇ, ਪਰ ਤੈਨੂੰ ਆਰਾਧਦੇ ਰਹੀਏ। ਕਿਉਂਕਿ ਦੁੱਖ ਦੇਣ ਵਾਲਾ ਵੀ ਉਹ ਹੈ, ਸੁੱਖ ਦੇਣ ਵਾਲਾ ਵੀ ਉਹ ਹੈ। ਦੁੱਖ ਸੁੱਖ ਪ੍ਰਭ ਦੇ ਬਣਹਾਰ, ਅਵਰ ਤਿਆਗ ਤੂੰ ਤਿਸੈ ਚੇਤਾਰ। ਕਿ ਸਾਨੂੰ ਦਰਸ਼ਨ ਹੁੰਦੇ ਰਹਿਣ, ਅਸੀਂ ਸਨਮੁਖ ਰਹੀਏ, ਦੁੱਖ ਵਿੱਚ ਵੀ ਸੁੱਖ ਵਿੱਚ ਵੀ। ਇਹ ਉਸ ਪ੍ਰਭੂ ਦੇ ਅੱਗੇ
ਉਸ ਦੇ ਜਨ ਬੇਨਤੀ ਕਰਦੇ ਨੇ ਜਿਨ੍ਹਾਂ ਨੂੰ ਮਾਲਕ ਪ੍ਰਗਟ ਹੋ ਜਾਂਦਾ ਹੈ। ਇਹ ਰਹੋ ਪੰਕਤੀਆਂ ਨੇ। ਗੁਰਮਤਿ ਸਾਚੀ ਹੁਜਤ ਦੂਰ, ਬਹੁਤ ਸਿਆਣਪ ਲਾਗੈ ਦੂਰ। ਜਦੋਂ ਅਸੀਂ ਆਪਣੀ ਸਿਆਣਪ ਨਾਲ ਚੱਲਦੇ ਹਾਂ, ਆਪਣੀ ਮਤ ਨਾਲ ਚੱਲਦੇ ਹਾਂ, ਆਪਣੇ ਆਪ ਨੂੰ ਬਹੁਤ ਸਿਆਣਾ ਸਮਝਦੇ ਹਾਂ, ਸਾਡੇ ਮਨ ਨੂੰ ਮੈਲ ਲੱਗਦੀ ਹੈ, ਦੂਰ ਲੱਗਦੀ ਹੈ। ਤੇ ਗੁਰਮਤਿ ਸੱਚੀ ਹੈ, ਉਹ ਸਾਡੇ ਮੈਲ ਨੂੰ ਦੂਰ ਕਰ ਦਿੰਦੀ ਹੈ। ਸੱਚੀ ਗੁਰਮਤਿ ਦੇ ਨਾਲ ਮੈਲ ਦੂਰ ਹੋ ਜਾਂਦੀ ਹੈ। ਲਾਗੀ ਮੈਲ ਮਿਟੈ ਸਚ ਨਾਏ। ਤੇ ਜਿਹੜੀ ਮੈਲ ਲੱਗੀ ਹੈ ਉਸ ਦੇ ਨਾਲ, ਉਸ ਸੱਚੇ ਨਾਮ ਦੇ ਨਾਲ ਇਹ ਦੂਰ ਹੋ ਜਾਂਦੀ ਹੈ। ਗੁਰ ਪ੍ਰਸਾਦ ਰਹੈ ਲਿਵ ਲਾਏ। ਜਦੋਂ ਗੁਰ ਦੀ ਕਿਰਪਾ ਦੇ ਨਾਲ, ਗੁਰ ਦੀ ਮੱਤ ਲੈ ਕੇ ਲਿਵ ਜੋੜ ਕੇ ਰੱਖਦੇ ਹਾਂ ਤੇ ਉਹ ਮੈਲ ਦੂਰ ਹੋ ਜਾਂਦੀ ਹੈ, ਸੱਚੀ ਗੁਰਮਤਿ ਪ੍ਰਗਟ ਹੋ ਜਾਂਦੀ ਹੈ। ਤੇ ਜਿਹੜੀ ਆਪਣੀ ਸਿਆਣਪ ਹੈ ਉਹ ਖਤਮ ਹੋ ਜਾਂਦੀ, ਕਿਉਂਕਿ ਆਪਣੀ ਸਿਆਣਪ ਨਹੀਂ ਚੱਲਦੀ। ਕੂੜ ਕਮਾਵੈ ਆਵੈ ਜਾਏ। ਜਿਹੜਾ ਜੀਵ ਕੂੜ ਕਮਾਉਂਦਾ ਹੈ, ਇੱਕ ਸੱਚ ਹੈ, ਸੱਚੀ ਜਿਹੜੀ ਗੁਰਮਤਿ ਸੱਚੀ ਹੈ, ਤੇ ਜਿਹੜੀ ਮਨਮਤ ਹੈ ਉਹ ਕੂੜੀ ਹੁੰਦੀ, ਝੂਠੀ ਹੁੰਦੀ ਹੈ, ਆਪਣੀ ਸਿਆਣਪ ਝੂਠੀ ਹੈ। ਗੁਰ ਦੀ ਜਿਹੜੀ ਮਤ ਹੈ ਉਹ ਸੱਚੀ ਹੈ। ਜਦੋਂ ਜੀਵ ਆਪਣੀ ਮਤ ਨਾਲ ਚੱਲਦਾ ਹੈ ਫਿਰ ਕੂੜ ਕਮਾਉਂਦਾ ਹੈ। ਕੂੜ ਕਮਾਵੈ ਆਵੈ ਜਾਏ, ਤੇ ਆਵਣ ਜਾਵਣ ਦੇ ਵਿੱਚ ਪਿਆ ਹੋਇਆ ਹੈ। ਕਹਿਣ ਕਥਨ ਬਾਰਾ ਨਹੀਂ ਆਵੈ। ਕੂੜ ਕਮਾਵੈ ਆਵੈ ਜਾਵੈ, ਕਹਿਣ ਕਥਨ ਵਾਰਾ ਨਹੀਂ ਆਵੈ। ਗੱਲਾਂ ਦੇ ਵਿੱਚ ਤਾਂ ਇੰਨਾ ਹੈ ਕਿ ਕਿਸੇ ਨੂੰ ਵਾਰਾ ਨਹੀਂ ਆਉਣ ਦਿੰਦਾ, ਕਿਸੇ ਨੂੰ ਗੱਲ ਨਹੀਂ ਕਰਨ ਦਿੰਦਾ, ਪਰ ਹੈ ਝੂਠਾ, ਕੂੜਾ। ਕਮਾਉਂਦਾ ਕੂੜ ਹੈ, ਆਪ ਆਵਣ ਜਾਵਣ ਦੇ ਵਿੱਚ ਹੈ। ਕਿਆ ਦੇਖਾ ਸੂਝ ਬੂਝ ਨਾ ਪਾਵੈ। ਕਿਉਂਕਿ ਆਪਣੀ ਮੱਤ ਨਹੀਂ ਛੱਡਦਾ, ਆਪਣੀ ਸਿਆਣਪ ਨਹੀਂ ਛੱਡਦਾ, ਇਸ ਕਰਕੇ ਕਿਸੇ ਦੀ ਸੁਣਦਾ ਨਹੀਂ ਹੈ ਤੇ ਪ੍ਰਭੂ ਨੂੰ ਜਾਣ ਨਹੀਂ ਸਕਦਾ, ਦੇਖ ਨਹੀਂ ਸਕਦਾ, ਕਿਉਂਕਿ ਸੋਝੀ ਨਹੀਂ ਲੈਂਦਾ, ਮਤ ਨਹੀਂ ਲੈਂਦਾ, ਸੂਝ ਬੂਝ ਨਹੀਂ ਆਉਂਦੀ। ਬਿਨ ਨਾਵੈ ਮਨ ਤ੍ਰਿਪਤ ਨਾ ਆਵੈ। ਨਾਮ ਤੋਂ ਬਿਨਾਂ ਮਨ ਤ੍ਰਿਪਤ ਨਹੀਂ ਹੁੰਦਾ ਤੇ ਨਾਮ ਦਾ ਗਿਆਨ ਨਹੀਂ ਲੈਂਦਾ, ਕਿਉਂਕਿ ਆਪਣੀ ਬਹੁਤ ਸਿਆਣਪ ਹੁੰਦੀ ਹੈ। ਕਿਸੇ ਦੀ ਸੁਣਦਾ ਨਹੀਂ, ਜਦ ਤੱਕ ਗੁਰ ਦੀ ਮੱਤ ਨਹੀਂ ਲੈਂਦਾ, ਇਹ ਸੋਝੀ ਨਹੀਂ ਆਉਂਦੀ, ਨਾਮ ਦਾ ਭੇਤ ਨਹੀਂ ਆਉਂਦਾ, ਤੇ ਕੂੜ ਹੀ ਕਮਾਉਂਦਾ ਹੈ। ਆਵਣ ਜਾਵਣ ਦੇ ਵਿੱਚ ਹੈ, ਗੱਲਾਂ ਦੇ ਵਿੱਚ ਕਿਸੇ ਨੂੰ ਵਾਰਾ ਨਹੀਂ ਆਉਣ ਦਿੰਦਾ। ਕਥਾ ਕਹਾਣੀਆਂ ਇੰਨੀਆਂ ਕਰਦਾ ਹੈ, ਪਰ ਕਰਦਾ ਕਿਸ ਦੀਆਂ ਹੈ? ਕੂੜ ਦੀਆਂ, ਸੰਸਾਰ ਦੀਆਂ। ਪ੍ਰਭੂ ਦੀ ਨਹੀਂ। ਅਕਥ ਕਹਾਣੀ ਨਹੀਂ ਕਰਦਾ। ਜੋ ਜਨਮੇ ਸੋ ਰੋਗ ਵਿਆਪੇ, ਸੇ ਰੋਗ ਵਿਆਪੇ। ਜੋ ਜਨਮਦਾ ਹੈ, ਜਿਉਂ ਜਨਮ ਲੈਂਦਾ ਹੈ, ਤਨ ਦਾ ਜਨਮ ਹੁੰਦਾ ਹੈ, ਨਾਮ ਮਨ ਦੀ ਲਿਵ ਨਾਮ ਨਾਲ ਟੁੱਟ ਕੇ ਤਨ ਨਾਲ ਜੁੜ ਜਾਂਦਾ ਹੈ, ਮਾਇਆ ਨਾਲ ਜੁੜ ਜਾਂਦਾ ਹੈ। ਇਸ ਕਰਕੇ ਇਸ ਨੂੰ ਰੋਗ ਲੱਗ ਜਾਂਦਾ ਹੈ। ਸਭ ਤੋਂ ਪਹਿਲਾਂ ਇਸ ਨੂੰ ਕਿਹੜਾ ਰੋਗ ਲੱਗਦਾ ਹੈ? ਮੋਹ ਦਾ, ਪਿਆਰ। ਫਿਰ ਇਸ ਨੂੰ ਹੋਰ ਸੋਝੀ ਆਉਂਦੀ ਹੈ, ਫਿਰ ਦੂਜੇ ਰੋਗ ਲੱਗਣੇ ਸ਼ੁਰੂ ਹੋ ਜਾਂਦੇ ਨੇ। ਲੋਭ, ਮੋਹ
ਮੋਹ ਦਾ ਪਹਿਲਾਂ ਲੱਗਦਾ ਹੈ, ਫਿਰ ਲੋਭ, ਕ੍ਰੋਧ, ਹਉਮੈ, ਕਾਮ, ਇਹ ਰੋਗ ਆ ਕੇ ਲੱਗ ਜਾਂਦੇ ਨੇ ਜਨਮ ਲੈਣ ਤੋਂ ਬਾਅਦ। ਹਉਮੈ ਮਾਇਆ ਦੁੱਖ ਸੰਤਾਪੈ, ਇਹ ਜਦੋਂ ਰੋਗ ਲੱਗਦੇ ਨੇ, ਮਾਇਆ ਹਉਮੈ ਦੇ ਵਿੱਚ ਤਨ ਦੇ ਨਾਲ ਜੁੜ ਜਾਂਦਾ ਹੈ, ਫਿਰ ਇਸ ਨੂੰ ਦੁੱਖ ਲੱਗਦੇ ਨੇ, ਦੁੱਖ ਸਹਿੰਦਾ ਹੈ। ਸੇ ਜਨ ਬਾਚੇ ਜੋ ਪ੍ਰਭ ਰਾਖੇ, ਇਸ ਤੋਂ ਕੌਣ ਬਚਦਾ ਹੈ? ਇਸ ਰੋਗ ਤੋਂ ਜਿਸ ਨੂੰ ਪ੍ਰਭੂ ਆਪ ਰੱਖਦਾ ਹੈ। ਸਤਿਗੁਰ ਸੇਵ ਅੰਮ੍ਰਿਤ ਰਸ ਚਾਖੇ, ਜਿਹਨੂੰ ਆਪ ਰੱਖਦਾ ਹੈ, ਉਹਨੂੰ ਆਪਣੀ ਸੇਵਾ ਚ ਲਾਉਂਦਾ ਹੈ, ਤੇ ਉਹ ਜੀਵ ਫਿਰ ਸਤਿਗੁਰ ਦੀ ਸੇਵਾ ਕਰਦਾ ਹੈ, ਅੰਮ੍ਰਿਤ ਚੱਖਦਾ ਹੈ, ਜਿੱਥੇ ਹਉਮੈ ਦਾ ਰੋਗ ਖਤਮ ਹੋ ਜਾਂਦਾ ਹੈ। ਇਹ ਜਿਹੜੇ ਰੋਗ ਲੱਗਦੇ ਨੇ ਮਨ ਨੂੰ, ਉਹ ਫਿਰ ਨਹੀਂ ਲੱਗਦੇ, ਜਿਨ੍ਹਾਂ ਨੂੰ ਆਪ ਪ੍ਰਭੂ ਰੱਖਦਾ ਹੈ। ਵਿਛੋੜੇ ਦਾ ਵੀ ਰੋਗ ਹੈ। ਚੱਲ ਤੋ ਮਨ ਰਾਖੈ ਅੰਮ੍ਰਿਤ ਚਾਖੈ, ਪਰ ਜਿਹੜਾ ਮਨ ਦਸਾਂ ਦਿਸ਼ਾਵਾਂ ਨੂੰ ਦੌੜਦਾ ਹੈ, ਇਸ ਨੂੰ ਮਾਲਕ ਕਿਰਪਾ ਕਰਦਾ ਹੈ, ਉਸ ਨੂੰ ਫਿਰ ਟਿਕਾ ਬਖਸ਼ ਦਿੰਦਾ ਹੈ, ਇੱਕ ਥਾਂ ਰੋਕ ਲੈਂਦਾ ਹੈ, ਕਿਉਂਕਿ ਫਿਰ ਇਹ ਅੰਮ੍ਰਿਤ ਚੱਖਦਾ ਹੈ। ਜਿਵੇਂ ਆਪਾਂ ਦੇਖਦੇ ਹਾਂ ਕਿ ਜਿੰਨੀ ਦੇਰ ਬੱਚਾ ਉੱਧਰ ਦੌੜਿਆ ਫਿਰਦਾ ਹੈ, ਭੋਜਨ ਨਹੀਂ ਛਕ ਸਕਦਾ, ਟਿਕ ਕੇ ਬਹਿੰਦਾ ਹੈ, ਫਿਰ ਭੋਜਨ ਛਕਦਾ ਹੈ। ਇੱਦਾਂ ਹੀ ਮਨ ਵੀ ਜਦੋਂ ਟਿਕਾ ਦੇ ਵਿੱਚ ਆਉਂਦਾ ਹੈ, ਥਿਰ ਅਵਸਥਾ 'ਚ ਆਉਂਦਾ ਹੈ, ਫਿਰ ਇਹ ਭੋਜਨ ਛਕਦਾ ਹੈ। ਚੱਲ ਤੋ ਮਨ ਰਾਖੈ ਅੰਮ੍ਰਿਤ ਚਾਖੈ, ਸਤਿਗੁਰ ਸੇਵ ਅੰਮ੍ਰਿਤ ਸ਼ਬਦ ਪਾਖੈ। ਫਿਰ ਉਹੀ ਮਨ ਸਤਿਗੁਰ ਦੀ ਸੇਵਾ ਕਰਦਾ ਹੈ, ਜੋ ਅੰਮ੍ਰਿਤ ਸ਼ਬਦ ਹੈ, ਗੁਰ ਸ਼ਬਦ ਹੈ, ਉਸ ਨੂੰ ਪਾਖਦਾ ਹੈ, ਉਸ ਦਾ ਗਿਆਨ ਦਿੰਦਾ ਹੈ, ਜਿਨ੍ਹਾਂ ਨੂੰ ਆਪ ਪ੍ਰਭੂ ਰੱਖਦਾ ਹੈ। ਸੱਚਾ ਸ਼ਬਦ ਮੁਕਤ ਗਤ ਪਾਏ, ਫਿਰ ਉਹ ਸੱਚਾ ਸ਼ਬਦ ਜਿਹੜਾ ਉਹ ਪਾਖਦਾ ਹੈ, ਉਸ ਸੱਚੇ ਸ਼ਬਦ ਦੁਆਰਾ ਫਿਰ ਮੁਕਤੀ ਪ੍ਰਾਪਤ ਹੁੰਦੀ ਹੈ, ਗਤ ਹੋ ਜਾਂਦੀ ਹੈ। ਨਾਨਕ ਵਿੱਚੋਂ ਆਪ ਗਵਾਏ, ਜਦੋਂ ਅਸੀਂ ਉਸ ਗੁਰਤ ਸ਼ਬਦ ਨੂੰ ਲੈ ਕੇ ਆਪਾਂ ਗਵਾ ਦਿੰਦੇ ਹਾਂ, ਮੋਕਸ਼ ਪ੍ਰਾਪਤ ਹੋ ਜਾਂਦੀ ਹੈ, ਮੁਕਤੀ ਸਾਨੂੰ ਪ੍ਰਾਪਤ ਹੋ ਜਾਂਦੀ ਹੈ। ਹੁੰਦੀ ਕਿਹਦੇ ਨਾਲ ਹੈ? ਗੁਰ ਦੀ ਮੱਤ ਨਾਲ। ਪਰ ਕਿਹਨਾਂ ਦੇ ਕੋਲ ਜਾ ਕੇ ਇਹ ਗਿਆਨ ਲੈਂਦੇ? ਜਿਨ੍ਹਾਂ ਨੂੰ ਮਾਲਕ ਸਾਹਮਣੇ ਪ੍ਰਗਟ ਹੈ ਹਜੂਰ ਹਾਜ਼ਰ ਅਰਦਾਸ। ਉਹਨਾਂ ਜਨਾਂ ਦਾ ਸੰਗ ਕਰਦੇ ਹਾਂ, ਉਹ ਫਿਰ ਸਾਨੂੰ ਗੁਰ ਦੀ ਮੱਤ ਦਿੰਦੇ ਨੇ, ਸੱਚੀ ਮੱਤ ਹੈ ਜਿਹੜੀ, ਜਿਹਦੇ ਨਾਲ ਸਾਡੀ ਆਪਣੀ ਜਿਹੜੀ ਮੱਤ ਹੈ ਦੂਰ ਹੋ ਜਾਂਦੀ ਹੈ, ਜਿਹਦੇ ਨਾਲ ਜਿਹੜੀ ਸਾਡੀ ਸਿਆਣਪ, ਜਿਹਦੇ ਕਰਕੇ ਮਨ ਨੂੰ ਮੈਲ ਲੱਗਦੀ, ਉਹ ਫਿਰ ਮੈਲ ਉਤਰ ਜਾਂਦੀ ਹੈ। ਆਓ ਅਗਲੇ ਸ਼ਬਦ ਦੀ ਵਿਚਾਰ ਕਰਦੇ ਹਾਂ। ਅਗਲਾ ਸ਼ਬਦ ਹੈ, ਰਹੋ ਪੰਕਤੀਆਂ ਨੇ, ਹਰ ਜਿਉ ਰਾਖੋ ਆਪਣੀ ਸ਼ਰਨਾਈ, ਗੁਰ ਪ੍ਰਸਾਦੇ ਹਰ ਰਸ ਪਾਇਆ, ਨਾਮ ਪਦਾਰਥ ਨੌ ਨਿਧ ਪਾਈ। ਜਦੋਂ ਗੁਰ ਦੀ ਕਮਾ ਕੇ, ਗੁਰ ਦੀ ਕਿਰਪਾ ਦੇ ਨਾਲ ਹਰ ਰਸ ਪ੍ਰਾਪਤ ਹੋ ਜਾਂਦਾ ਹੈ, ਨੌ ਨਿਧ ਨਾਮ ਪ੍ਰਾਪਤ ਹੋ ਜਾਂਦਾ ਹੈ, ਜਿਨ੍ਹਾਂ ਤੇ ਕਿਰਪਾ ਕਰਦਾ ਉਹਨਾਂ ਨੂੰ ਪ੍ਰਭੂ ਫਿਰ ਆਪਣੀ ਸ਼ਰਨ ਦੇ ਵਿੱਚ ਰੱਖਦਾ ਹੈ, ਉਹਨਾਂ ਦੇ ਸਾਹਮਣੇ ਪ੍ਰਗਟ ਰਹਿੰਦਾ ਹੈ। ਪਰ ਕਿਹਨਾਂ ਦੇ ਜਿਹੜੇ ਗੁਰ ਦਾ ਗਿਆਨ ਲੈ ਕੇ ਗੁਰ ਨੂੰ ਕਮਾਉਂਦੇ ਨੇ, ਹਰ ਰਸ ਨੂੰ ਪਾ ਲੈਂਦੇ ਨੇ, ਨਾਮ ਪਦਾਰਥ ਜਿਹੜਾ ਨੌ ਨਿਧ ਨਾਮ ਦਾ ਖਜ਼ਾਨਾ ਹੈ, ਉਹਨਾਂ ਨੂੰ ਪ੍ਰਭੂ ਬਖਸ਼ ਦਿੰਦਾ ਹੈ, ਪਰ ਆਪਣੀ ਸ਼ਰਨ ਦੇ ਵਿੱਚ ਰੱਖਦਾ ਹੈ।
ਕਿਵੇਂ ਰੱਖਦਾ ਹੈ? ਜਿਨ੍ਹਾਂ ਤੇ ਦਇਆ ਕਰਦਾ, ਜਿਹੜੇ ਗੁਰ ਨੂੰ ਕਮਾ ਲੈਂਦੇ ਨੇ। ਜੋ ਤਿਨ ਕੀਆ ਸੋ ਸੱਚ ਥੀਆ, ਅੰਮ੍ਰਿਤ ਨਾਮ ਸਤਿਗੁਰ ਦੀਆ। ਜੋ ਪ੍ਰਭੂ ਕਰਦਾ ਹੈ ਉਹੀ ਸੱਚਾ ਹੈ, ਆਪ ਦਇਆ ਕਰਦਾ ਹੈ, ਅੰਮ੍ਰਿਤ ਨਾਮ ਬਖਸ਼ਿਸ਼ ਕਰਦਾ ਹੈ, ਸਤਿਗੁਰ ਦਿੰਦਾ ਹੈ। ਸਤਿਗੁਰ ਕਿੱਥੇ ਹੈ? ਸਾਡੇ ਸਾਰਿਆਂ 'ਚ ਵਸਦਾ ਹੈ, ਕੋਈ ਵੀ ਉਸ ਤੋਂ ਖਾਲੀ ਨਹੀਂ ਹੈ। ਜੋ ਕਿ ਜਨਮ ਮਰਨ ਦੇ ਵਿੱਚ ਨਹੀਂ ਹੈ, ਜੋ ਸਦਾ ਹੈ। ਸਤਿਗੁਰ ਮੇਰਾ ਸਦਾ ਸਦਾ, ਨਾ ਆਵੇ ਨਾ ਜਾਏ, ਉਹ ਅਬਿਨਾਸੀ ਪੁਰਖ ਹੈ, ਸਭ ਮਹਿ ਰਹਾ ਸਮਾਏ। ਉਹ ਸਤਿਗੁਰ ਹੀ ਸਾਨੂੰ ਅੰਮ੍ਰਿਤ ਨਾਮ ਦਿੰਦਾ ਹੈ, ਪਰ ਦਿੰਦਾ ਕਿਹਦੇ ਦੁਆਰਾ ਹੈ? ਆਪਣੇ ਜਨਾਂ ਦੁਆਰਾ। ਗਿਆਨ ਆਪਣੇ ਜਨਾਂ ਦੁਆਰਾ ਦਿੰਦਾ ਹੈ। ਕਿਹਨਾਂ ਦਾ? ਜਿੱਥੇ ਆਪਾਂ ਪਹਿਲਾਂ ਵਿਚਾਰ ਕੇ ਆਏ ਹਾਂ, ਜਿਨ੍ਹਾਂ ਨੂੰ ਸਾਹਮਣੇ ਪ੍ਰਗਟ ਰਹਿੰਦਾ ਹੈ। ਹਿਰਦਾ ਨਾਮ ਨਾਹੀ ਮਨ ਭੰਗ। ਹਿਰਦੇ ਦੇ ਵਿੱਚ ਜਦੋਂ ਨਾਮ ਵਸ ਜਾਂਦਾ ਹੈ, ਫਿਰ ਜਿਹੜਾ ਮਨ ਹੈ ਪ੍ਰਭੂ ਦੇ ਨਾਲ ਜੁੜਿਆ ਰਹਿੰਦਾ ਹੈ, ਤੇ ਉਹ ਰੂਹ ਪ੍ਰਗਟ ਹੋ ਜਾਂਦਾ ਹੈ, ਜਿਸ ਨੂੰ ਕਦੇ ਫਿਰ ਕੋਈ ਮੈਲ ਨਹੀਂ ਲੱਗਦੀ, ਜਿਸ ਦੀ ਬਿਰਤੀ ਜੁੜ ਜਾਂਦੀ, ਸੁਰਤੀ ਜੁੜ ਜਾਂਦੀ ਹੈ, ਭੰਗ ਨਹੀਂ ਹੁੰਦੀ। ਕਿਉਂਕਿ ਜਿੰਨੀ ਦੇਰ ਮਨ ਮੈਲਾ ਹੈ, ਪ੍ਰਭੂ ਤੋਂ ਵਿਛੜਿਆ ਹੈ। ਪਰ ਜਦੋਂ ਫਿਰ ਆਪ ਮਾਲਿਕ ਕਿਆ ਕਿਰਪਾ ਕਰਦਾ ਹੈ, ਫਿਰ ਉਸ ਦੀ ਲਿਵ ਜੁੜੀ ਰਹਿੰਦੀ ਹੈ। ਅਨਦਿਨ ਨਾਲ ਪਿਆਰੇ ਸੰਗ। ਅਨਦਿਨ ਉਸ ਪ੍ਰਭੂ ਦਾ ਸੰਗ ਹੈ, ਹਰ ਸਮੇਂ ਪ੍ਰਗਟ ਰਹਿੰਦਾ ਹੈ। ਕਦੇ ਵੀ ਉਸ ਦਾ ਪਿਆਰ, ਉਸ ਦੀ ਲਿਵ ਭੰਗ ਨਹੀਂ ਹੁੰਦੀ। ਕਰਮ ਧਰਮ ਸੱਚ ਸਾਚਾ ਨਾਉ। ਫਿਰ ਉਸ ਦਾ ਕਰਮ ਧਰਮ ਕੀ ਬਣ ਜਾਂਦਾ ਹੈ? ਪ੍ਰਭੂ ਦਾ ਸੱਚਾ ਨਾਮ, ਜੋ ਕਿ ਸ੍ਰੇਸ਼ਟ ਹੈ। ਤਾ ਕੈ ਸਦ ਬਲਿਹਾਰੈ ਜਾਓ। ਹੁਣ ਜਿਨ੍ਹਾਂ ਦਾ ਕਰਮ ਧਰਮ ਕੀ ਹੈ? ਪਰਮੇਸ਼ਰ ਦਾ ਨਾਮ, ਸੱਚਾ ਨਾਮ, ਜੋ ਕਿ ਸ੍ਰੇਸ਼ਟ ਕਰਮ ਹੈ, ਤੇ ਉਹਨਾਂ ਤੋਂ ਸਦਾ ਬਲਿਹਾਰੇ ਜਾਂਦੇ ਹਾਂ। ਜੋ ਹਰ ਰਾਤੇ ਸੇ ਜਨ ਪ੍ਰਵਾਨ। ਜੋ ਹਰੀ 'ਚ ਰਤੇ ਨੇ, ਉਹ ਜਨ ਪ੍ਰਵਾਨ ਨੇ ਪ੍ਰਭੂ ਦੇ ਦਰਗਾਹ ਦੇ ਵਿੱਚ। ਤਿਨ ਕੀ ਸੰਗਤ ਪਰਮ ਨਿਦਾਨ। ਐਸੇ ਜਨਾਂ ਦੀ ਸੰਗਤ ਦੇ ਵਿੱਚੋਂ ਹੀ ਸਾਨੂੰ ਇਹ ਨਾਮ ਦਾ ਭੇਦ ਆਉਂਦਾ ਹੈ, ਕਿਉਂਕਿ ਆਪ ਪ੍ਰਭੂ ਨੇ ਉਹਨਾਂ ਨੂੰ ਇਹ ਭਗਤੀ ਦਾ ਖਜ਼ਾਨਾ ਜਿਹੜਾ ਹੈ ਬਖਸ਼ਿਸ਼ ਕੀਤਾ ਹੈ, ਜਿਸ ਨੂੰ ਆਪਾਂ ਪੜ੍ਹਦੇ ਹਾਂ, ਗੁਣ ਨਿਦਾਨ ਭਗਤਨ ਕੋ ਬਰਤਨ, ਬਿਰਲਾ ਪਾਵੈ ਕੋਈ। ਬਿਰਲੇ ਨੂੰ ਪ੍ਰਾਪਤ ਹੁੰਦਾ ਹੈ। ਉਹਨਾਂ ਦੀ ਸੰਗਤ ਦੇ ਵਿੱਚ ਫਿਰ ਅਸੀਂ ਗਿਆਨ ਲੈ ਸਕਦੇ ਹਾਂ, ਉਹਨਾਂ ਤੋਂ ਬਲਿਹਾਰੇ ਜਾਂਦੇ ਹਾਂ। ਹਰ ਵਾਰ ਜਿਨ ਪਾਇਆ ਤਨ ਨਾਰੀ। ਹਰੀ ਵਾਰ ਹੈ, ਤੇ ਸਾਨੂੰ ਸਾਰਿਆਂ ਨੂੰ ਨਾਰ ਕਿਹਾ ਹੈ। ਜਿਸ ਕਾਮਣ ਨੇ ਹਰ ਵਾਰ ਨੂੰ ਪਾਲਿਆ, ਅਬਿਨਾਸੀ ਵਰ ਹੈ ਹਰੀ, ਜਿਸ ਨੂੰ ਆਪਾਂ ਪੜ੍ਹਦੇ ਹਾਂ ਕਿ ਅਕਾਲ ਮੂਰਤ ਵਰ ਪਾਇਆ ਅਬਿਨਾਸੀ, ਨਾ ਕਦੇ ਮਰੇ ਨਾ ਜਾਇਆ। ਹੁਣ ਮਹਾਰਾਜ ਸਮਝਾਉਂਦੇ ਨੇ, ਜਿਹਨੇ ਹਰ ਵਾਰ ਨੂੰ ਪਾ ਲਿਆ ਉਹ ਨਾਰੀ ਧਨ ਹੈ। ਨਾਰੀ ਕੌਣ ਹੈ? ਕੋਈ ਇੱਥੇ ਔਰਤ ਦੀ ਨਹੀਂ, ਸਾਡੀ ਸੁਰਤੀ ਦੀ ਗੱਲ ਹੈ, ਕਿਉਂਕਿ ਉਹ ਪੁਰਖ ਹੈ ਤੇ ਆਪਾਂ ਸਾਰੇ ਹੀ ਨਾਰੀ ਹਾਂ। ਪਰ ਜਿਸ ਨੇ ਉਸ ਨੂੰ ਭਾਲਿਆ, ਉਸ ਨੂੰ ਧਨ ਕਿਹਾ ਹੈ। ਹਰ ਸਿਓ ਰਾਤੀ ਸ਼ਬਦ ਵਿਚਾਰੀ। ਉਹ ਹਰੀ ਚ ਰਤੀ ਹੈ ਸੁਰਤੀ, ਉਹ ਫਿਰ ਸ਼ਬਦ ਦੀ ਵਿਚਾਰ ਕਰਦੀ ਹੈ, ਕਿਉਂਕਿ ਜਦ ਤੱਕ ਰਤੇ ਨਹੀਂ
ਤੇ ਉਹ ਪ੍ਰਭੂ ਖਜ਼ਾਨਾ ਨਹੀਂ ਦਿੰਦਾ ਤੇ ਅਸੀਂ ਸ਼ਬਦੀ ਵਿਚਾਰ ਨਹੀਂ ਕਰ ਸਕਦੇ। ਆਪ ਤਰੈ ਸੰਗਤ ਕੁਲ ਤਾਰੈ, ਆਪ ਵੀ ਤਰ ਜਾਂਦਾ ਹੈ ਜਿਹੜਾ ਉਸ 'ਚ ਰਤਿਆ ਜਾਂਦਾ ਹੈ, ਤੇ ਸੰਗਤ ਨੂੰ ਵੀ ਤਾਰ ਦਿੰਦਾ ਜਿਹੜਾ ਉਹਨਾਂ ਦੀ ਸੰਗਤ 'ਚ ਆਉਂਦਾ ਹੈ, ਜਿਹੜੇ ਉਹਨਾਂ ਦੇ ਬਚਨਾਂ ਨੂੰ ਸੁਣ ਕੇ ਮੰਨਦੇ ਨੇ, ਜਿਹੜੇ ਉਹਨਾਂ ਤੋਂ ਬਲਿਹਾਰੇ ਜਾਂਦੇ ਨੇ, ਉਹ ਸੰਗਤ ਨੂੰ ਵੀ ਤਰ ਲੈਂਦਾ ਹੈ। ਸਤਿਗੁਰ ਸੇਵ ਤਤ ਵਿਚਾਰੈ, ਉਹ ਤਤ ਵਿਚਾਰ ਕਰਦਾ ਹੈ ਕਿ ਕਿਵੇਂ ਆਪਾਂ ਸਤਿਗੁਰ ਦੀ ਸੇਵਾ ਕਰਨੀ ਹੈ, ਕਿਵੇਂ ਨਦਰਾਂ ਦੇ ਨਾਲ, ਕਿਉਂਕਿ ਸਤਿਗੁਰ ਦੀ ਸੇਵਾ ਨਦਰਾਂ ਨਾਲ ਹੁੰਦੀ ਹੈ, ਦੇਖ ਦੇਖ ਕੇ ਹੁੰਦੀ ਹੈ। ਨਦਰੀ ਸਤਿਗੁਰ ਸੇਵੀ ਹੈ, ਨਦਰੀ ਸੇਵਾ ਹੋਏ। ਉਹ ਕਿਹੜਾ ਧਿਆਨ ਮਾਰਗ ਹੈ, ਕਿਹੜੀ ਯੁਕਤੀ ਹੈ, ਕਿਹੜੀ ਵਿਧ ਹੈ ਜਿਹਦੇ ਨਾਲ ਫਿਰ ਅਸੀਂ ਸਤਿਗੁਰ ਦੀ ਸੇਵਾ ਕਰਦੇ ਹਾਂ। ਉਹ ਫਿਰ ਤਤ ਦੀ ਵਿਚਾਰ ਕਰਦੀ ਹੈ ਜਿਹੜੇ ਹਰੀ 'ਚ ਰਤੀ ਹੈ। ਆਪ ਵੀ ਤਰ ਜਾਂਦੇ ਤੇ ਸੰਗਤ ਨੂੰ ਵੀ ਤਰਦਾ ਹੈ। ਹਮਰੀ ਜਾਤ ਪਤ ਸਚ ਨਾਮ, ਤੇ ਮੈਂ ਸਮਝਾਉਂਦੇ ਨੇ ਕਿ ਸਾਡੀ ਤਾਂ ਜਾਤ ਪਤ ਸੱਚਾ ਨਾਮ ਹੀ ਹੈ। ਜਿਹੜੇ ਹਰੀ ਦੇ ਜਨ ਨੇ ਉਹਨਾਂ ਦੇ ਵਾਸਤੇ ਨਾਮ ਹੀ ਸਭ ਕੁਛ ਹੈ। ਨਾਮ ਤਨ ਨਾਮੋ ਰੂਪ ਰੰਗ, ਨਾਮੋ ਸੁਖ ਹਰ ਨਾਮ ਕਾ ਸੰਗ, ਨਾਮ ਰਾਜੋ ਜੰਤਰ ਪਤਾਨੇ, ਮਨ ਤਨ ਨਾਮ ਮੈਂ ਨਾਮ ਸਮਾਨੇ। ਕਰਮ ਧਰਮ ਸੰਜਮ ਸਤ ਪਾਓ, ਤੇ ਕਰਮ ਧਰਮ ਕਿਹੜਾ ਹੈ? ਉਸ ਪ੍ਰਭੂ ਦੇ ਨਾਲ ਪਿਆਰ, ਸੱਚ ਦੇ ਨਾਲ ਪਿਆਰ, ਇਹ ਕਰਮ ਧਰਮ ਬਣ ਜਾਂਦਾ ਹੈ। ਨਾਨਕ ਬਖਸ਼ੇ ਪੂਛ ਨਾ ਹੋਏ। ਫਿਰ ਐਸੇ ਜੀਵ ਨੇ ਪ੍ਰਭੂ ਬਖਸ਼ ਦਿੰਦਾ ਹੈ, ਜਿਨ੍ਹਾਂ ਨੂੰ ਇੱਕ ਖਜ਼ਾਨਾ ਬਖਸ਼ ਦਿੰਦਾ ਹੈ, ਕਦੇ ਪੁੱਛ ਨਹੀਂ ਹੁੰਦੀ ਉਹਨਾਂ ਤੋਂ। ਦੂਜਾ ਮੇਟਾ ਇੱਕੋ ਸੋਏ, ਕਿਉਂਕਿ ਹੁਣ ਦੂਜਾ ਨਹੀਂ ਹੈ। ਦੂਜਾ ਕੌਣ ਹੈ? ਜੋ ਸਾਡਾ ਇਹ ਮਾਇਆ ਰੂਪ ਹੈ। ਸਾਡਾ ਮਾਇਆ ਰੂਪ ਖਤਮ ਹੋ ਜਾਂਦਾ ਹੈ ਤੇ ਮਨ ਪ੍ਰਕਾਸ਼ ਹੋ ਜਾਂਦਾ ਹੈ। ਇਸ ਤਰੀਕੇ ਨਾਲ ਜਿਹੜਾ ਅਸਥੂਲ ਮਨ ਉਹ ਖਤਮ ਹੋ ਗਿਆ, ਪ੍ਰਕਾਸ਼ ਰੂਪ ਹੋ ਗਿਆ, ਤੇ ਫਿਰ ਇੱਕ ਹੀ ਹਾਂ, ਅਸੀਂ ਤੇ ਪ੍ਰਭੂ ਇੱਕ ਹੀ ਹਾਂ। ਫਿਰ ਜਿਹੜੇ ਇਸ ਅਵਸਥਾ 'ਚ ਚੱਲਦੇ ਨੇ, ਆਪ ਪ੍ਰਭੂ ਇਹ ਖਜ਼ਾਨਾ ਬਖਸ਼ਿਸ਼ ਕਰਦਾ ਹੈ, ਉਹਨਾਂ ਨੂੰ ਫਿਰ ਕਦੇ ਵੀ ਪੁੱਛ ਨਹੀਂ ਹੁੰਦੀ। ਕਹਿਣ ਤੋਂ ਭਾਵ ਉਹਨਾਂ ਨੂੰ ਆਵਣ ਜਾਵਣ ਜਾਂਦਿਆਂ ਕੋਈ ਰੋਕ ਟੋਕ ਨਹੀਂ ਹੈ। ਉਹ ਜਦੋਂ ਮਰਜ਼ੀ ਆਪਣੇ ਘਰ ਜਾ ਸਕਦਾ ਹੈ, ਜਦੋਂ ਮਰਜ਼ੀ ਪ੍ਰਦੇਸ਼ 'ਚ ਆ ਸਕਦਾ ਹੈ, ਤੇ ਹਰ ਸਮੇਂ ਇੱਧਰ ਸੰਸਾਰ 'ਚ ਵੀ ਰਹਿ ਸਕਦਾ ਹੈ, ਕਿਉਂਕਿ ਤ੍ਰਿਭੁਵਨ ਦੇ ਵਿੱਚ ਵੀ ਹੈ, ਤੇ ਉਸ ਦੇ ਦਰਸ਼ਨ ਵੀ ਕਰ ਸਕਦਾ ਹੈ ਹਰ ਸਮੇਂ, ਕਿਉਂਕਿ ਹਰ ਸਮੇਂ ਉਹ ਸਾਹਮਣੇ ਰਹਿੰਦਾ ਹੈ, ਪ੍ਰਗਟ ਰਹਿੰਦਾ ਹੈ, ਜਿਸ ਤੇ ਆਪ ਕਿਰਪਾ ਕਰ ਦਿੰਦਾ ਹੈ। ਜਿਨ੍ਹਾਂ ਨੇ ਹਰੀ ਵਾਰ ਨੂੰ ਪਾਲਿਆ ਹੈ। ਸੋ ਆਓ ਅਗਲਾ ਸ਼ਬਦ ਆਪਾਂ ਵਿਚਾਰਦੇ ਹਾਂ। ਅਗਲਾ ਸ਼ਬਦ ਹੈ, ਰਹੋ ਪੰਕਤੀਆਂ ਨੇ, ਗੁਰ ਪੂਰੇ ਤੇ ਗਤ ਮਿਤ ਪਾਈ, ਇਹ ਸੰਸਾਰ ਵਿਖਵਤ ਅਤ ਭਵਜਲ, ਗੁਰ ਸ਼ਬਦੀ ਹਰ ਪਾਰ ਲੰਘਾਈ। ਵੀ ਪੂਰੇ ਗੁਰ ਤੇ ਹੀ ਗਤ ਮਿਤ ਪਾਈ ਹੈ। ਇਹ ਜਿਹੜਾ ਸੰਸਾਰ ਹੈ ਇਹਦਾ ਭਵਜਲ ਹੈ, ਇਹ ਵਿਖ ਸਾਗਰ ਹੈ, ਅਤ ਦਾ ਭਵਜਲ ਹੈ, ਬਹੁਤ ਵੱਡਾ ਹੈ, ਜਿਸ ਨੂੰ ਵਿਖ ਸਾਗਰ ਵੀ ਕਹਿ ਦਿੱਤਾ, ਅਗਨ ਸਾਗਰ ਦਾ ਵੀ ਕਹਿ ਦਿੱਤਾ ਹੈ। ਗੁਰ ਸ਼ਬਦੀ ਹਰ ਪਾਰ ਲੰਘਾਈ, ਤੇ ਗੁਰੂ ਦੇ ਸ਼ਬਦ ਦੁਆਰਾ ਹਰੀ ਆਪ ਸਾਨੂੰ ਪਾਰ ਲਾਉਂਦਾ ਹੈ। ਜਿਹੜਾ ਗੁਰ ਸ਼ਬਦ ਹੈ ਇਹ ਕੋਈ ਜੀਵ ਨਹੀਂ ਦੇ ਸਕਦਾ,
ਆਪ ਹਰੀ ਆਪਣੇ ਜਨਾਂ ਦੀ ਰਸਨਾ ਤੋਂ ਦਿੰਦਾ ਹੈ ਤੇ ਸਾਨੂੰ ਭਵਸਾਗਰ ਤੋਂ ਪਾਰ ਕਰ ਦਿੰਦਾ ਹੈ। ਉਹੀ ਮਤ ਫਿਰ ਪੂਰੀ ਮਤ ਹੈ। ਉਹੀ ਜਿਹੜਾ ਗੁਰ ਹੈ ਉਹ ਪੂਰਾ ਹੈ। ਪੂਰੇ ਗੁਰ ਤੇ ਗਤ ਮਿਤ ਪਾਈ। ਪੂਰੇ ਗੁਰ ਤੋਂ ਹੀ ਸਾਨੂੰ ਗਤ ਪ੍ਰਾਪਤ ਹੁੰਦੀ ਹੈ, ਸਾਨੂੰ ਇਹ ਸੋਝੀ ਆਉਂਦੀ ਹੈ। ਪਰ ਜਦੋਂ ਆਪ ਪ੍ਰਭੂ ਇਹ ਸਾਨੂੰ ਸ਼ਬਦ ਦਾ ਗਿਆਨ ਕਰਵਾਉਂਦਾ ਹੈ। ਇਹ ਸੰਸਾਰ ਵਿਖ ਵਤ ਅਤ ਭਵਜਲ, ਗੁਰ ਸ਼ਬਦੀ ਹਰ ਪਾਰ ਲੰਘਾਈ। ਇਹ ਰਹੋ ਪੰਕਤੀਆਂ ਨੇ ਸ਼ਬਦ ਦੀਆਂ। ਔਰ ਸ਼ਬਦ ਸ਼ੁਰੂ ਕਰਦੇ ਹਾਂ। ਇੱਕ ਆਵ ਹੈ, ਇੱਕ ਜਾਵ ਹੈ ਆਈ। ਇੱਕ ਆਉਂਦੇ ਨੇ, ਚਲੇ ਜਾਂਦੇ ਨੇ, ਫਿਰ ਆਉਂਦੇ ਨੇ, ਆਵਣ ਜਾਵਣ ਦੇ ਵਿੱਚ ਨੇ। ਇੱਕ ਹਰ ਰਾਤੇ ਰਹੇ ਸਮਾਈ। ਇੱਕ ਹਰੀ ਚ ਰੱਤੇ ਰਹਿੰਦੇ ਨੇ, ਸਮਾਏ ਰਹਿੰਦੇ ਨੇ। ਦੋ ਤਰ੍ਹਾਂ ਦੇ ਜੀਵ ਨੇ। ਇੱਕ ਜਿਹੜੇ ਭਵਜਲ ਡੁੱਬਦੇ ਨੇ, ਆਉਂਦੇ ਨੇ, ਜਾਂਦੇ ਨੇ, ਇੱਕ ਹਰੀ ਦੇ ਵਿੱਚ ਸਮਾਏ ਰਹਿੰਦੇ ਨੇ। ਇੱਕ ਧਰਨ ਗਗਨ ਮੈਂ ਠੌਰ ਨਾ ਪਾਵੇ। ਕਹਿੰਦੇ ਇੱਕ ਐਸੇ ਨੇ ਜਿਨ੍ਹਾਂ ਨੂੰ ਟਿਕਾਈ ਨਹੀਂ ਹੈ, ਠੌਰ ਨਹੀਂ ਮਿਲ ਸਕਦੀ, ਨਾ ਧਰਤੀ ਤੇ ਨਾ ਗਗਨ ਦੇ ਵਿੱਚ, ਨਾ ਮਿਰਤ ਮੰਡਲ ਦੇ ਵਿੱਚ। ਬਹੁਤ ਛੋਟੀ ਛੋਟੀਆਂ ਜੂਨਾਂ ਨੇ, ਇੱਕ ਜੂਨੀ ਫਿਰ ਦੂਜੀ। ਇੱਦਾਂ ਟਿਕਾ ਨਹੀਂ ਆਉਂਦਾ। ਜਿਹੜੇ ਜੀਵਾਂ ਨੂੰ ਪ੍ਰਭੂ, ਜਿਹੜੇ ਇਸ ਜਨਮ ਨੂੰ ਗਵਾ ਲੈਂਦੇ ਨੇ, ਉਹਨਾਂ ਨੂੰ ਨਾ ਧਰਤੀ ਚੱਲਦੀ ਤੇ ਨਾ ਅਸਮਾਨ ਚੱਲਦਾ ਹੈ। ਸੇ ਕਰਮਹੀਨ ਹਰ ਨਾਮ ਨਾ ਧਿਆਵੇ। ਉਹ ਕਰਮਹੀਨ ਲੋਕ ਨੇ ਜਿਹੜੇ ਨਾਮ ਨਹੀਂ ਧਿਆਉਂਦੇ, ਉਹਨਾਂ ਨੂੰ ਕਿਤੇ ਵੀ ਟਿਕਾ ਨਹੀਂ ਹੈ, ਕਿਤੇ ਵੀ ਉਹ ਥਿਰ ਨਹੀਂ ਹੈ। ਉਹ ਆਵਣ ਜਾਵਣ ਦੇ ਵਿੱਚ ਪਏ ਰਹਿੰਦੇ ਨੇ। ਪਰ ਇੱਥੋਂ ਨਿਕਲਦਾ ਕੌਣ ਹੈ? ਪੂਰੇ ਗੁਰ ਦੀ ਮਤ ਵਾਲਾ। ਜਿਨ ਕੋ ਆਪ ਲਏ ਪ੍ਰਭ ਮੇਲ। ਜਿਨ੍ਹਾਂ ਨੂੰ ਆਪ ਪ੍ਰਭੂ ਕਿਰਪਾ ਕਰਦਾ ਹੈ, ਆਪਣੇ ਨਾਲ ਮਿਲਾ ਲੈਂਦਾ ਹੈ। ਤਿਨ ਕੋ ਕਾਲ ਨਾ ਸਾਕੈ ਭੇਲ। ਜਿਹੜਾ ਇਹ ਕਾਲ ਹੈ, ਉਹਨਾਂ ਨੂੰ ਫਿਰ ਆਪਣੇ ਵਸ ਵਿੱਚ ਨਹੀਂ ਕਰ ਸਕਦਾ। ਉਹਨਾਂ ਨੂੰ ਦੌੜਾ ਨਹੀਂ ਸਕਦਾ, ਕਿਉਂਕਿ ਉਹਨਾਂ ਨੂੰ ਸਥਿਰ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਜਿਨ੍ਹਾਂ ਨੂੰ ਆਪ ਰੱਖਦਾ ਹੈ, ਜਿਨ੍ਹਾਂ ਨੂੰ ਆਪਣਾ ਸਹਾਰਾ ਦੇ ਦਿੰਦਾ, ਉਹਨਾਂ ਨੂੰ ਅਡੋਲ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਗੁਰਮੁਖ ਨਿਰਮਲ ਰਹੇ ਪਿਆਰੇ। ਉਹਨਾਂ ਨੂੰ ਕੌਣ ਕੀ ਕਹਿੰਦੇ ਨੇ? ਜਿਨ੍ਹਾਂ ਨੂੰ ਆਪ ਪ੍ਰਭੂ ਮਿਲ ਲੈਂਦਾ ਹੈ। ਗੁਰਮੁਖ ਨਿਰਮਲ ਨੇ, ਪਿਆਰੇ ਨੇ, ਉਹਨਾਂ ਨੂੰ ਆਪ ਪ੍ਰਭੂ ਸਥਿਰ ਰੱਖ ਲੈਂਦਾ, ਜਿਹਨੂੰ ਆਪਾਂ ਪ੍ਰਭੂ ਦੇ ਪਿਆਰੇ ਕਹਿ ਦਿੰਦੇ ਹਾਂ। ਜਿਉਂ ਜਲ ਅੰਬ ਉੱਪਰ ਕਮਲ ਨਿਰਾਰੇ। ਕਿਵੇਂ ਰਹਿੰਦੇ ਨੇ? ਜਿਵੇਂ ਜਲ ਹੈ, ਜਲ ਦੇ ਉੱਪਰ ਕਮਲ ਦਾ ਫੁੱਲ ਖਿੜਿਆ ਹੁੰਦਾ ਹੈ, ਨਿਰਲੇਪ ਰਹਿੰਦਾ ਹੈ, ਨਿਰਾਰਾ ਰਹਿੰਦਾ ਹੈ। ਜੜ੍ਹਾਂ ਚਿੱਕੜ ਵਿੱਚ ਨੇ ਤੇ ਇੱਦਾਂ ਹੀ ਇਸ ਤਨ ਦੇ ਵਿੱਚ ਰਹਿ ਕੇ ਜਿਹੜੇ ਗੁਰਮੁਖ ਨੇ, ਉਹਨਾਂ ਦਾ ਮਨ ਪ੍ਰਕਾਸ਼ ਰੂਪ ਹੋ ਜਾਂਦਾ ਹੈ। ਜਿਹੜਾ ਇਸ ਜਿਹੜੇ 9 ਦਰ ਨੇ, ਇਹਨਾਂ ਤੋਂ ਉੱਤੇ ਰਹਿੰਦਾ ਹੈ, ਇਸ ਮਾਇਆ ਤੋਂ ਉੱਤੇ ਵਸਦਾ ਹੈ। ਬੁਰਾ ਭਲਾ ਕਹੋ ਕਿਸ ਨੂੰ ਕਹੀਏ। ਐਸੇ ਜੀਵ ਨੇ ਜਿਹੜੇ, ਜਿਨ੍ਹਾਂ ਨੂੰ ਆਪ ਰੱਖਦਾ ਹੈ ਪ੍ਰਭੂ, ਜਿਹੜੇ ਇਸ ਤਰ੍ਹਾਂ ਗੁਣਾਂ ਤੋਂ ਨਿਰਾਰੇ ਨੇ। ਜਿਵੇਂ ਕਮਲ ਦਾ ਫੁੱਲ ਪਾਣੀ ਦੇ ਵਿੱਚ ਨਿਰਾਲਮ ਹੁੰਦਾ ਹੈ, ਇੱਦਾਂ ਸਾਡੀ ਸੁਰਤੀ ਹੈ, ਸਾਡਾ ਧਿਆਨ ਹੈ, ਉਹ ਇਸ ਤੋਂ ਤ੍ਰੈ ਗੁਣਾਂ ਤੋਂ ਨਿਆਰਾ ਹੁੰਦਾ ਹੈ। ਫਿਰ ਉਹ ਕਿਸੇ ਨੂੰ ਬੁਰਾ ਭਲਾ ਕਿਵੇਂ ਕਹੇ? ਦੀਸੈ ਬ੍ਰਹਮ ਗੁਰਮੁਖ ਸਚ ਲਹੀਐ। ਉਹ ਕਿਸੇ ਨੂੰ ਕੋਈ ਬੁਰਾ ਗਿਆਨ ਨਹੀਂ ਦਿੰਦਾ, ਮਾੜੀ ਮਤ ਨਹੀਂ ਦਿੰਦਾ, ਕਿਉਂਕਿ ਉਹ ਬ੍ਰਹਮ ਨੂੰ ਦੇਖਦਾ ਹੈ ਤੇ ਉਸਦੇ ਕੋਲੋਂ ਫਿਰ ਸਾਨੂੰ ਸੱਚਾ ਗਿਆਨ ਮਿਲਦਾ ਹੈ, ਸੱਚੀ ਸੋਝੀ ਮਿਲਦੀ ਹੈ।
ਅਕਥ ਕਥੋ ਗੁਰਮਤਿ ਵਿਚਾਰ। ਕਹਿੰਦੇ ਉਹ ਫਿਰ ਉਹਨਾਂ ਤੋਂ ਆਪਾਂ ਗਿਆਨ ਲੈ ਸਕਦੇ, ਕਿਉਂਕਿ ਉਹ ਅਕਥ ਨੂੰ ਕਥਦੇ ਨੇ। ਕਿਵੇਂ ਕਥਨਾ ਹੈ? ਉਹ ਗੁਰ ਦੀ ਮੱਤ ਦੀ ਵਿਚਾਰ ਕਰਦੇ ਨੇ। ਮਿਲ ਗੁਰ ਸੰਗਤ ਭਾਵ ਪਾਰ, ਕਿਉਂਕਿ ਉਹ ਨਾ ਕਿਸੇ ਨੂੰ ਬੁਰਾ ਗਿਆਨ ਨਹੀਂ ਦੇਣਾ, ਉਹ ਸਭ ਨੂੰ ਸੱਚਾ ਮਤ ਦਿੰਦੇ ਨੇ, ਸੱਚਾ ਗਿਆਨ ਦਿੰਦੇ ਨੇ। ਉਹ ਕਥ ਨੂੰ ਕਥਦੇ ਨੇ, ਗੁਰਮਤ ਦੀ ਵਿਚਾਰ ਕਰਦੇ ਨੇ। ਇਸ ਕਰਕੇ ਕਹਿੰਦੇ ਐਸੀ ਸੰਗਤ ਵਿੱਚ ਮਿਲ ਕੇ ਪਾਰ ਹੋ ਜਾਂਦੇ ਹਾਂ। ਮਿਲ ਗੁਰ ਸੰਗਤ ਪਾਵੋ ਪਾਰ। ਏਦਾਂ ਅਸੀਂ ਪਾਰ ਹੋਏ ਐਸੀ ਸੰਗਤ ਦੇ ਵਿੱਚ ਗੁਰਦੁਆਰਾ। ਸ਼ਾਸਤ ਵੇਦ ਸਿਮਰਤ ਬਹੁ ਭੇਦ। ਕਹਿੰਦੇ ਜਿਹੜੇ ਸ਼ਾਸਤਰ ਨੇ, ਵੇਦ ਨੇ, ਸਿਮਰਤ ਨੇ, ਇਹਨਾਂ ਦੇ ਵਿੱਚ ਵੀ ਭੇਦ ਦਿੱਤਾ ਹੈ। 68 ਮੱਜਨ ਹਰ ਰਸ ਰਿਤ। 68 ਜਿਹੜੇ ਤੀਰਥ ਨੇ ਜਿੱਥੇ ਮਨ ਇਸ਼ਨਾਨ ਵੀ ਕਰਦਾ ਹੈ, ਜਿੱਥੇ ਹਰੀ ਦੇ ਰਸ ਨੂੰ ਮੰਨਦਾ ਵੀ ਹੈ। ਉਹ ਭੇਦ ਦਿੱਤਾ ਹੈ ਇਹਨਾਂ ਦੇ ਵਿੱਚ ਵੀ। ਪਰ ਇਹਨਾਂ ਦੀ ਸਮਝ ਕਿਹਨੂੰ ਆਉਂਦੀ ਹੈ? ਜਿੱਥੇ ਆਪ ਪ੍ਰਭੂ ਬਸ ਜਾਂਦਾ, ਜਿਨ੍ਹਾਂ ਦੇ ਹਿਰਦੇ 'ਚ ਆਪ ਪ੍ਰਗਟ ਹੋ ਜਾਂਦਾ ਹੈ, ਜਿਨ੍ਹਾਂ ਨੂੰ ਉਹ ਬ੍ਰਹਮ ਦਿਸਦਾ ਹੈ ਸਾਰੇ ਪਾਸੇ। ਗੁਰਮੁਖ ਨਿਰਮਲ ਮੈਲ ਨਾ ਲਾਗੈ। ਜਿਹੜੇ ਗੁਰਮੁਖ ਨੇ, ਨਿਰਮਲ ਨੇ, ਉਹਨਾਂ ਨੂੰ ਮੈਲ ਨਹੀਂ ਲੱਗਦੀ। ਕਿਉਂਕਿ ਮੈਲ ਕਦੋਂ ਲੱਗਦੀ? ਜਦੋਂ ਕੋਈ ਅਸਥੂਲ ਚੀਜ਼ ਹੈ। ਜਦੋਂ ਮਨ ਨਿਰਮਲ ਹੋ ਗਿਆ, ਪ੍ਰਕਾਸ਼ ਹੋ ਗਿਆ, ਤੇ ਪ੍ਰਕਾਸ਼ ਨੂੰ ਮੈਲ ਨਹੀਂ ਲੱਗਦੀ। ਨਾਨਕ ਹਿਰਦੈ ਨਾਮ ਵੱਡਾ ਤੁਰ ਭਾਗੈ। ਕਿਉਂਕਿ ਉਹਨਾਂ ਦੇ ਹਿਰਦੇ 'ਚ ਨਾਮ ਪ੍ਰਗਟ ਹੋ ਜਾਂਦਾ ਹੈ। ਇਸ ਕਰਕੇ ਵੱਡੇ ਭਾਗਾਂ ਵਾਲੇ ਨੇ, ਤੇ ਉਹਨਾਂ ਨੂੰ ਮੈਲ ਨਹੀਂ ਲੱਗਦੀ। ਆਹ ਅਗਲਾ ਸ਼ਬਦ ਹੈ, ਰਾਓ ਪੰਕਤੀਆਂ ਨੇ। ਬੋਲੋ ਰਾਮ ਕਰੇ ਨਿਸਤਾਰਾ, ਗੁਰ ਪ੍ਰਸਾਦ ਰਤਨ ਹਰ ਲਾਭੈ, ਮਿਟੇ ਅਗਿਆਨ ਹੋਏ ਉਜਿਆਰਾ। ਸਮਝਾਉਂਦੇ ਨੇ, ਬੋਲੋ ਰਾਮ ਕਰੇ ਨਿਸਤਾਰਾ। ਜਦੋਂ ਰਾਮ ਬੋਲਦਾ ਹੈ, ਕਿੱਥੋਂ ਬੋਲਦਾ ਹੈ ਰਾਮ? ਭਗਤਾਂ ਦੀ, ਆਪਣੇ ਜਨਾਂ ਦੀ ਰਸਨਾ ਤੇ। ਜਦੋਂ ਆਪ ਬੋਲਦਾ ਹੈ, ਜਿਵੇਂ ਆਪਾਂ ਪਿੱਛੇ ਵਿਚਾਰਿਆ ਹੈ ਕਿ ਆਪ ਹਰੀ ਸਾਨੂੰ ਗੁਰ ਦੇ ਗਿਆਨ ਦੇ ਕੇ ਭਵਜਲ ਨੂੰ ਪਾਰ ਕਰਾਉਂਦਾ ਹੈ। ਇੱਥੇ ਫਿਰ ਦੱਸਿਆ ਹੈ, ਕਿਉਂਕਿ ਜਿਹੜੀ ਉਹਦੇ ਜਨਾਂ ਦੀ ਸਿਮਰਨੀ ਹੈ, ਉਹ ਆਪ ਨਹੀਂ ਕੁਛ ਕਰਦੇ, ਉਹਨਾਂ ਦੀ ਰਸਨਾ ਤੇ ਰਾਮ ਬੋਲਦਾ ਹੈ, ਪ੍ਰਭੂ ਬੋਲਦਾ ਹੈ। ਬਾਬਾ ਕਬੀਰ ਜੀ ਵੀ ਦੱਸਦੇ ਨੇ ਵੀ ਸਾਡੀ ਸਿਮਰਨੀ ਕਦੋਂ ਸ਼ੁਰੂ ਹੋਈ ਹੈ? ਸਾਡੀ ਰਸਨਾ ਤੇ ਰਾਮ ਬਸ ਗਿਆ ਹੈ, ਆਪ ਬੋਲਦਾ ਹੈ। ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ, ਆਦ ਜੁਗਾਦੀ ਸਗਲ ਭਗਤ ਮਨ ਤਾਕੈ ਵਿਸਰਾਮ। ਆਦ ਦੇ ਵਿੱਚ ਵੀ, ਜੁਗਾਂ ਦੇ ਵਿੱਚ ਵੀ ਸਾਰੇ ਭਗਤਾਂ ਦੇ ਹਿਰਦੇ 'ਚ ਆ ਵਸਦਾ ਹੈ ਪ੍ਰਭੂ। ਉਹਨਾਂ ਦੇ ਮਨ ਦੇ ਵਿੱਚ ਆ ਵਸਦਾ ਹੈ, ਤੇ ਉਹਨਾਂ ਦੀ ਰਸਨਾ ਤੋਂ ਬੋਲਦਾ ਹੈ। ਜਦੋਂ ਆਪ ਪਰਮੇਸ਼ਰ ਬੋਲਦਾ ਹੈ, ਫਿਰ ਸਾਡਾ ਨਿਸਤਾਰਾ ਹੁੰਦਾ ਹੈ। ਪਰ ਕਿਵੇਂ ਕਰਦਾ ਹੈ? ਗੁਰ ਦਾ ਗਿਆਨ ਦਿੰਦਾ। ਗੁਰ ਪ੍ਰਸਾਦ ਰਤਨ ਹਰ ਲਾਭੈ। ਉਹ ਸਾਨੂੰ ਗੁਰ ਦਾ ਗਿਆਨ ਦਿੰਦੇ ਨੇ, ਜਿਹਦੇ ਦੁਆਰਾ ਹਰੀ ਰਤਨ ਪ੍ਰਗਟ ਹੋ ਜਾਂਦਾ ਹੈ, ਲੱਭ ਜਾਂਦਾ ਹੈ। ਮਿਟੈ ਅਗਿਆਨ ਹੋਏ ਉਜਿਆਰਾ। ਤੇ ਅਗਿਆਨ ਮਿਟ ਜਾਂਦਾ ਹੈ, ਪ੍ਰਕਾਸ਼ ਹੋ ਜਾਂਦਾ ਹੈ। ਜਦ ਉੱਥੋਂ ਫਿਰ ਆਪ ਪ੍ਰਭੂ ਬੋਲਦਾ ਹੈ ਰਸਨਾ ਤੋਂ। ਆਹ ਸ਼ਬਦ ਸ਼ੁਰੂ ਕਰਦੇ ਹਾਂ। ਨਿਭ ਨਿਭ ਪਾਏ ਲੱਗੋ ਗੁਰ ਆਪਣੇ, ਆਤਮ ਰਾਮ ਨਿਹਾਰਿਆ। ਜਿਸ ਗੁਰ
ਦੇ ਸਾਡੇ ਜਿਹੜੇ ਭਰਮ ਕੱਢ ਦਿੰਦਾ ਹੈ, ਹਰੀ ਨੂੰ ਲੱਭ ਦਿੰਦਾ ਹੈ, ਹਰੀ ਨੂੰ ਮਿਲਾ ਦਿੰਦਾ ਹੈ, ਅਗਿਆਨਤਾ ਦੂਰ ਕਰ ਦਿੰਦਾ ਹੈ। ਕਹਿੰਦੇ ਐਸੇ ਗੁਰ ਦੇ ਨਿਭ ਨਿਭ ਕੇ ਪਾਉ ਲੱਗਣਾ ਹੈ। ਗੁਰ ਦੇ, ਸਰੀਰ ਦੇ ਨਹੀਂ ਹੈ। ਕਿਉਂਕਿ ਗੁਰ ਦਾ ਗਿਆਨ ਜਦੋਂ ਪ੍ਰਭੂ ਵੱਲੋਂ ਦਿੱਤਾ, ਰਾਮ ਵੱਲੋਂ ਦਿੱਤਾ ਜੋ ਗਿਆਨ ਹੈ, ਆਪ ਰਸਨਾ ਤੋਂ ਬੈਠ ਕੇ ਉਹ ਸਾਨੂੰ ਗੁਰ ਹੀ ਦਿੰਦਾ ਹੈ, ਜਿੱਥੇ ਮਨ ਨੇ ਵਾਰ-ਵਾਰ ਨਿਭਣਾ ਹੀ ਹੁੰਦਾ ਹੈ। ਨਿਮਕ ਨਿਮਕ ਠਾਕਰ ਨੂੰ ਨਮਸਕਾਰ ਕਰਨੀ ਹੁੰਦੀ ਹੈ। ਇਸ ਕਰਕੇ ਸਮਝਾਉਂਦੇ ਨੇ ਵੀ ਉਸ ਦੇ ਪਾਉ ਲੱਗਣਾ ਹੈ ਗੁਰ ਦੇ ਨਿਭ ਨਿਭ ਕੇ, ਜਿਸ ਨੇ ਸਾਨੂੰ ਆਤਮ ਰਾਮ ਦੇ ਦਰਸ਼ਨ ਕਰਵਾ ਦਿੱਤੇ। ਕਰਤ ਵਿਚਾਰ ਹਿਰਦਾ ਰਵ ਰਹਿਆ, ਹਿਰਦਾ ਹਰ ਰਵਿਆ, ਹਿਰਦਾ ਦੇਖ ਵਿਚਾਰਿਆ। ਉਹ ਫਿਰ ਉਹਨਾਂ ਦੇ ਹਿਰਦੇ ਦੇ ਵਿੱਚ ਵਸਿਆ ਹੈ, ਕਿਉਂਕਿ ਪੂਰੇ ਗੁਰ ਨੇ ਉਹਨਾਂ ਨੂੰ ਆਤਮ ਰਾਮ ਦੇ ਦਰਸ਼ਨ ਕਰਵਾ ਦਿੱਤੇ, ਜੋ ਸਾਰਿਆਂ ਦੇ ਹਿਰਦੇ 'ਚ ਹੈ, ਗੁਪਤ ਹੈ, ਪ੍ਰਗਟ ਹੋ ਗਿਆ ਹੈ। ਤੇ ਫਿਰ ਉਸੇ ਨੂੰ ਦੇਖ ਦੇਖ ਕੇ ਉਸ ਦੀ ਵਿਚਾਰ ਕਰਦੇ ਨੇ। ਜਦ ਤੱਕ ਆਪਾਂ ਦੇਖਿਆ ਨਹੀਂ, ਜੇ ਆਪਾਂ ਉਸ ਦੀਆਂ ਵਿਚਾਰਾਂ ਵੀ ਕਰਦੇ ਹਾਂ, ਉਹ ਵਿਅਰਥ ਨੇ। ਵਿਚਾਰ ਉਦੋਂ ਹੀ ਕੀਤੀ ਜਾਂਦੀ ਹੈ, ਉਹੀ ਸਾਡੀ ਫਿਰ ਸਫਲ ਹੁੰਦੀ ਹੈ, ਜਦੋਂ ਅਸੀਂ ਦੇਖ ਕੇ ਉਸ ਨੂੰ ਵਿਚਾਰ ਕਰਦੇ ਹਾਂ। ਦੇਖ ਕੇ, ਜਿਹਨੂੰ ਮਹਾਰਾਜ ਆਪਾਂ ਪੜ੍ਹਦੇ ਵੀ ਹਾਂ, ਗਾਵੇ ਕੋ ਵੇਖਾ ਹਾਜ਼ਰਾ ਹਦੂਰ, ਜਿਹੜੇ ਉਹਨੂੰ ਸਾਹਮਣੇ ਦੇਖ ਕੇ ਕਰਦੇ ਨੇ। ਅਦਿਸ਼ਟ ਦਿਸੈ ਤਾਂ ਕਹਿਆ ਜਾਏ, ਬਿਨ ਦੇਖੇ ਕਹਿਆ ਬਿਰਥਾ ਜਾਏ। ਬਿਨਾਂ ਦੇਖੇ ਕਹਾਂਗੇ ਵਿਅਰਥ ਹੈ, ਪਹਿਲਾਂ ਦਿਸੇਗਾ ਫਿਰ ਉਹਦੇ ਬਾਰੇ ਕਹਿ ਸਕਦੇ ਹਾਂ। ਇਸ ਕਰਕੇ ਇੱਥੇ ਦੱਸਿਆ ਹੈ ਕਿ ਜਿਨ੍ਹਾਂ ਦੇ ਹਿਰਦੇ 'ਚ ਵਸਿਆ ਹੈ, ਗੁਰ ਦੀ ਕਿਰਪਾ ਦੇ ਨਾਲ ਲੱਭ ਗਿਆ ਹੈ, ਉੱਥੋਂ ਫਿਰ ਉਹਨਾਂ ਦੀ ਰਸਨਾ ਤੋਂ ਰਾਮ ਆਪ ਬੋਲਦਾ ਹੈ, ਉਹਨਾਂ ਦਾ ਬੋਲਿਆ ਥਾਂ ਪੈਂਦਾ ਹੈ। ਰਵਣੀ ਰਵੈ ਬੰਧਨ ਨਹੀਂ ਟੂਟ ਹੈ, ਵਿੱਚ ਹਉਮੈ ਭਰਮ ਨਾ ਜਾਈ। ਜਦ ਤੱਕ ਐਸੇ ਜੀਵਾਂ ਤੋਂ ਗਿਆਨ ਨਹੀਂ ਲੈਂਦੇ, ਜਿੱਥੇ ਆਪ ਪ੍ਰਭੂ ਬੋਲਦਾ ਹੈ, ਸਾਡੇ ਬੰਧਨ ਵੀ ਨਹੀਂ ਟੁੱਟਦੇ। ਰਵਣੀ ਰਵੈ ਬੰਧਨ ਨਹੀਂ ਟੁੱਟੈ, ਵਿੱਚ ਹਉਮੈ ਭਰਮ ਨਾ ਜਾਈ। ਹਉਮੈ ਦੇ ਵਿੱਚ ਹੈ ਜੀਵ, ਭਰਮ ਨਹੀਂ ਖਤਮ ਹੁੰਦਾ, ਬੰਧਨ ਮਾਇਆ ਦੇ ਨਹੀਂ ਟੁੱਟਦੇ, ਜਦ ਤੱਕ ਗੁਰ ਨਹੀਂ ਲੈਂਦੇ। ਸਤਿਗੁਰ ਮਿਲੈ ਤਾਂ ਹਉਮੈ ਟੂਟੈ, ਤਾ ਕੋ ਲੇਖੈ ਪਾਈ। ਜੇ ਸਤਿਗੁਰ ਮਿਲਦਾ ਹੈ, ਸੱਚਾ ਗੁਰ, ਸੱਚਾ ਉਪਦੇਸ਼ ਮਿਲਦਾ ਹੈ, ਫਿਰ ਹਉਮੈ ਖਤਮ ਹੁੰਦੀ ਹੈ, ਤਾਂ ਜਾ ਕੇ ਆਪਾਂ ਲੇਖੇ 'ਚ ਪੈਂਦੇ ਹਾਂ, ਤਾਂ ਸਾਡੀ ਭਗਤੀ ਸ਼ੁਰੂ ਹੁੰਦੀ ਹੈ। ਹਰ ਹਰ ਨਾਮ ਭਗਤ ਪਿਰਿਆ ਪ੍ਰੀਤਮ, ਸੁਖ ਸਾਗਰ ਉਰ ਤਾਰੇ। ਹਰੀ ਦਾ ਜਿਹੜਾ ਨਾਮ ਹੈ, ਉਹ ਭਗਤਾਂ ਨੂੰ ਬੜਾ ਪਿਆਰਾ ਹੈ, ਕਿਉਂਕਿ ਉਹ ਸੁੱਖਾਂ ਦਾ ਸਾਗਰ ਹੈ। ਇਸ ਕਰਕੇ ਉਸ ਨੂੰ ਹਿਰਦੇ ਦੇ ਵਿੱਚ ਵਸਾ ਲੈਂਦੇ ਨੇ। ਭਗਤ ਬਚਲ ਜਗ ਜੀਵਨ ਦਾਤਾ, ਮਤ ਗੁਰਮਤ ਹਰ ਨਿਸਤਾਰੇ। ਫਿਰ ਉਹ ਭਗਤ ਵਸ਼ਲ ਪ੍ਰਭੂ, ਜਗ ਨੂੰ ਜੀਵਨ ਦੇਣ ਵਾਲਾ ਉਹ ਦਾਤਾ ਹੈ, ਜਿਹੜੇ ਉਸ ਨੂੰ ਹਿਰਦੇ 'ਚ ਵਸਾ ਲੈਂਦੇ ਨੇ। ਸੁੱਖਾਂ ਦੇ ਸਾਗਰ ਨੂੰ, ਪ੍ਰੀਤਮ ਪਿਆਰੇ ਨੂੰ ਭਗਤੀ ਕਰਕੇ, ਪਿਆਰ ਕਰਕੇ, ਉਹੀ ਫਿਰ ਗੁਰ ਦੀ ਮਤ ਦੇ ਕੇ, ਮਤ ਗੁਰਮਤ ਹਰ ਨਿਸਤਾਰੇ। ਕਿਉਂਕਿ ਭਗਤਾਂ ਦੇ ਹਿਰਦੇ 'ਚ ਵੀ ਵਸਦਾ ਹੈ, ਭਗਤਾਂ ਦੀ ਰਸਨਾ ਤੋਂ ਬੋਲਦਾ ਹੈ। ਫਿਰ ਆਪ ਪ੍ਰਭੂ ਏਦਾਂ ਗੁਰਮਤ ਦੇ ਕੇ ਆਪ ਹਰੀ ਨਿਸਤਾਰਦਾ ਹੈ। ਮਤ ਗੁਰਮਤ ਹਰ ਨਿਸਤਾਰੇ। ਮਨ ਸੋ ਜੂਝ ਮਰੈ ਪ੍ਰਭ ਪਾਏ, ਮਨਸਾ ਮਨੈ ਸਮਾਏ। ਏਦਾਂ ਫਿਰ ਗੁਰ ਦਾ ਗਿਆਨ ਲੈ ਕੇ ਮਨ ਜੂਝਦਾ ਹੈ, ਗੁਰ ਨੂੰ ਕਮਾਉਂਦਾ ਹੈ ਤੇ ਆਪਾ ਗਵਾ ਦਿੰਦਾ ਹੈ।
ਜਦੋਂ ਆਪਾ ਖਤਮ ਹੋ ਜਾਂਦਾ ਹੈ ਤੇ ਪ੍ਰਭੂ ਨੂੰ ਪ੍ਰਾਪਤ ਕਰਦਾ ਹੈ। ਮਨਸਾ ਸਮਾ ਜਾਂਦੀਆਂ ਨੇ, ਆਸਾ ਮਨਸਾ ਖਤਮ ਹੋ ਜਾਂਦੀ, ਕਿਉਂਕਿ ਆਸਾ ਕਿਸ ਦੀ ਹੋ ਜਾਂਦੀ ਹੈ? ਪ੍ਰਭੂ ਦੀ। ਕਬੀਰ ਆਸਾ ਕਰੀਐ ਰਾਮ ਕੀ, ਅਵਰੈ ਆਸ ਨਿਰਾਸ। ਨਾਨਕ ਕਿਰਪਾ ਕਰੇ ਜਗ ਜੀਵਨ, ਸਹਿਜ ਪਾਏ ਲਿਵ ਲਾਏ। ਇੱਦਾਂ ਫਿਰ ਆਪ ਪ੍ਰਭੂ ਕਿਰਪਾ ਕਰਦਾ ਹੈ। ਜਦੋਂ ਮਨ ਜੂਝਦਾ ਹੈ, ਗੁਰ ਦਾ ਗਿਆਨ ਲੈ ਕੇ ਆਪਾ ਗਵਾ ਦਿੰਦਾ ਹੈ, ਪ੍ਰਭੂ ਨੂੰ ਪਾ ਜਾਂਦਾ ਹੈ, ਫਿਰ ਉਹ ਆਪ ਪ੍ਰਭੂ ਸਾਡੇ ਨਾਲ, ਸਾਡੀ ਆਪਣੇ ਨਾਲ ਲਿਵ ਜੋੜ ਲੈਂਦਾ ਹੈ। ਨਾਨਕ ਕਿਰਪਾ ਕਰੇ ਜਗ ਜੀਵਨ, ਸਹਿਜ ਪਾਏ ਲਿਵ। ਕਿਉਂਕਿ ਅਸੀਂ ਉਸ ਨੂੰ ਪਾ ਜਾਂਦੇ ਹਾਂ, ਉਹ ਸਾਡੀ ਟੁੱਟੀ ਗੰਢ ਲੈਂਦਾ ਹੈ, ਸਾਡੀ ਲਿਵ ਆਪਣੇ ਨਾਲ ਜੋੜ ਲੈਂਦਾ ਹੈ। ਤੇ ਇਸ ਤਰੀਕੇ ਦੇ ਨਾਲ ਜਿਹੜਾ ਹੈ ਸਾਨੂੰ ਸਮਝਾਇਆ ਹੈ। ਪਰ ਕਦੋਂ ਨਿਸਤਾਰਾ ਹੁੰਦਾ ਹੈ? ਜਿੱਥੇ ਆਪ ਪ੍ਰਭੂ ਆਪਣੇ ਜਨਾਂ ਦੇ ਹਿਰਦੇ 'ਚ ਵਸਦਾ ਹੈ, ਰਸਨਾ ਤੋਂ ਬੋਲਦਾ ਹੈ। ਜਿਵੇਂ ਆਪਾਂ ਸੁਖਮਨੀ ਸਾਹਿਬ 'ਚ ਪੜ੍ਹਦੇ ਹਾਂ, ਪਾਰ ਬ੍ਰਹਮ ਸਾਧ ਰਿਦ ਬਸੈ, ਨਾਨਕ ਉਦਰੈ ਸਾਧ ਸੁਨ ਰਸੈ, ਪ੍ਰਭ ਜੀ ਬਸੈ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦੱਸਣਾ। ਕਿਉਂਕਿ ਹਰੀ ਨੂੰ ਬੋਲਣਾ ਉਦੋਂ ਹੀ ਹੈ ਜਦੋਂ ਮਨ ਵਿੱਚ ਵੱਜ ਜਾਂਦਾ ਹੈ, ਜਦੋਂ ਸਾਰੇ ਪਾਸੇ ਸਾਨੂੰ ਨਜ਼ਰ ਆਉਂਦਾ ਹੈ। ਜਿਸ ਨੂੰ ਮਹਾਰਾਜ ਸਮਝਾਉਂਦੇ ਨੇ, ਹਰ ਹਰ ਮੁਖ ਤੇ ਬੋਲਣਾ, ਮਨ ਉਠੈ ਸੁਖ ਹੋਏ, ਸਰਬ ਨਿਰੰਤਰ ਰਵ ਰਹਿਆ, ਨਾਨਕ ਏਕੋ ਥਾਨ ਤਨੰਤਰ ਰਵ ਰਹਿਆ, ਨਾਨਕ ਏਕੋ ਸੋਏ। ਸਾਰੇ ਪਾਸੇ ਆਪ ਮਨ ਵਿੱਚ ਪ੍ਰਗਟ ਹੋ ਗਿਆ। ਫਿਰ ਹਰੀ ਨੂੰ, ਫਿਰ ਉਸ ਦੇ ਬਾਰੇ ਅਸੀਂ ਗੱਲ ਕਰਦੇ ਹਾਂ, ਫਿਰ ਉਸ ਦਾ ਗਿਆਨ ਦੂਜਿਆਂ ਨੂੰ ਦਿੰਦੇ ਹਾਂ। ਸੋ ਆਓ ਹੁਣ ਨਾਲ ਨਾਲ ਆਪਾਂ ਅਭਿਆਸ ਕਰੀਏ ਕਿ ਇਹ ਸਾਰਾ ਕਿਵੇਂ ਹੁੰਦਾ ਹੈ, ਕੀ ਕਰਨਾ ਹੁੰਦਾ ਇਸ ਦੇ ਵਿੱਚ। ਇਹਦੇ ਵਿੱਚ ਇੱਕ ਵਾਰੀ ਗੁਰ ਲੈ ਲੈਣਾ ਹੁੰਦਾ ਹੈ, ਜਿਨ੍ਹਾਂ ਦੇ ਹਿਰਦੇ 'ਚ ਵਸਿਆ ਹੈ। ਤੋ ਇੰਨਾ ਕੁ ਆਪਾਂ ਵਿਸ਼ਵਾਸ ਕਰਨਾ ਹੁੰਦਾ ਹੈ ਕਿ ਜੋ ਇਹ ਦਿਸ ਰਿਹਾ ਹੈ ਜੀਵ ਆਖਣ ਵਾਲਾ ਹੈ, ਉਹ ਨਹੀਂ ਦੇ ਰਿਹਾ। ਉਸ ਨੂੰ ਤਾਂ ਆਪਣਾ ਚਾਕਰ, ਆਪਣਾ ਨੌਕਰ ਕੂਕਰ ਬਣਾਇਆ ਹੈ ਮਾਲਕ ਨੇ। ਉਸ ਦੁਆਰਾ ਸਾਨੂੰ ਆਪ ਹੀ ਗਿਆਨ ਦੇ ਰਿਹਾ ਹੈ। ਇੰਨਾ ਕੁ ਜੇ ਸਾਨੂੰ ਵਿਸ਼ਵਾਸ ਹੋ ਜਾਂਦਾ ਹੈ, ਫਿਰ ਆਪਣਾ ਮਾਰਗ ਸੌਖਾ ਹੋ ਜਾਂਦਾ ਹੈ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਪਰੇ ਤੇਰੇ ਭੰਡਾਰਾ, ਜਿਸ ਤੂੰ ਦੇ ਤਿਸੇ ਕੈ ਚਾਰਾ, ਨਾਨਕ ਸੱਚ ਸਵਰਨਹਾਰਾ। ਤੇ ਜਦੋਂ ਸਾਨੂੰ ਇੰਨਾ ਵਿਸ਼ਵਾਸ ਹੋ ਜਾਂਦਾ ਹੈ, ਫਿਰ ਅਸੀਂ ਵਿਸ਼ਵਾਸ ਕਰਕੇ ਗੁਰ ਨੂੰ ਕਮਾਉਂਦੇ ਹਾਂ, ਤੇ ਸਾਨੂੰ ਮਾਲਕ ਸਾਡੀ ਲਿਵ ਆਪਣੇ ਨਾਲ ਜੋੜ ਲੈਂਦਾ ਹੈ, ਕਿਉਂਕਿ ਅਸੀਂ ਉਸ ਨੂੰ ਪਾ ਜਾਂਦੇ ਹਾਂ। ਜਿਹੜੇ ਗੁਰ ਦੀ ਵਿਚਾਰ ਸੁਣਦੇ ਨਹੀਂ, ਮੰਨਦੇ ਨਹੀਂ, ਤੇ ਪ੍ਰਭੂ ਨੂੰ ਉਹ ਨਹੀਂ ਪਾਉਂਦੇ, ਕਿਉਂਕਿ ਗੁਰ ਦੇ ਸ਼ਬਦ ਦੁਆਰਾ ਹੀ ਮਨ ਦਾ ਸ਼ਿੰਗਾਰ ਹੁੰਦਾ ਹੈ। ਸ਼ਬਦ ਸਵਾਰੀ ਸਾਚ ਪਿਆਰੀ, ਸਾਈ ਸੁਹਾਗਣ ਠਾਕੁਰ ਤਾਰੀ। ਉਹ ਉਸ ਨੂੰ ਆਪਣੀ ਸੁਹਾਗਣ ਬਣਾਉਂਦਾ ਹੈ, ਜਿਹੜਾ ਸ਼ਬਦ ਦੁਆਰਾ ਆਪਣੇ ਮਨ ਨੂੰ ਸਵਾਰ ਲੈਂਦਾ ਹੈ। ਗੁਰ ਦੇ ਸ਼ਬਦ ਦੁਆਰਾ, ਗੁਰ ਦੇ ਗਿਆਨ ਦੁਆਰਾ ਜਿਹੜਾ ਇਹ ਸ਼ਿੰਗਾਰ ਕਰਦਾ ਹੈ। ਕਿਵੇਂ ਕਰਨਾ ਹੈ? ਜੋ ਮਨ ਹੈ ਸਾਡਾ, ਉਹ ਨੇਤਰਾਂ ਦੇ ਵਿੱਚ ਹੈ। ਦੋ ਨੇਤਰ ਨੇ, ਦੋਨਾਂ ਨੇਤਰਾਂ ਨੂੰ ਪਹਿਲਾਂ ਇਸ ਪੁਆਇੰਟ 'ਤੇ ਸਮ ਕਰਨਾ ਹੈ। ਇੱਥੇ ਦ੍ਰਿਸ਼ਟੀ ਨੂੰ ਫੋਕਸ ਕਰਕੇ ਇਹ ਦਰ 'ਤੇ ਆਉਣਾ, ਕਿਉਂਕਿ ਇਹ ਦਰ ਹੈ ਪ੍ਰਭੂ ਦਾ, ਜਿੱਥੋਂ ਸਾਨੂੰ ਸਵਾਸ ਦੇ ਕੇ ਜਿੰਦਾ ਰੱਖਦਾ ਹੈ। ਜਿੱਥੇ ਆਪਣੇ 9 ਦਰ ਖਤਮ ਹੋ ਜਾਂਦੇ ਨੇ, 10ਵਾਂ ਸ਼ੁਰੂ ਹੋ ਜਾਂਦਾ। ਇੱਥੇ ਆਪਾਂ ਇੱਕ ਮਨ ਇੱਕ ਚਿੱਤ ਹੋ ਕੇ ਧਿਆਉਣਾ ਹੁੰਦਾ ਹੈ। ਤੇ ਇੱਕ ਮਨ ਇੱਕ ਚਿੱਤ ਦਾ ਸਾਨੂੰ ਕਿਵੇਂ ਪਤਾ ਚੱਲੇ ਕਿ ਅਸੀਂ ਇੱਕ ਮਨ ਇੱਕ ਚਿੱਤ ਹਾਂ? ਜਦੋਂ ਅਸੀਂ ਦੋਨਾਂ ਨੇਤਰਾਂ ਨੂੰ ਇਸ ਪੁਆਇੰਟ 'ਤੇ ਦ੍ਰਿਸ਼ਟੀ ਫੋਕਸ ਕਰਕੇ ਦੇਖਾਂਗੇ, ਜੇਕਰ ਨੱਕ ਨਜ਼ਰ ਨਹੀਂ ਆਉਂਦਾ, ਅਸੀਂ ਇੱਕ ਦ੍ਰਿਸ਼ਟ ਹਾਂ। ਜੇਕਰ ਦਿਸਦਾ ਹੈ,
फिर असी एक दृष्ट नहीं हाँ। जेकर दिसदा है नक, फिर आपां इह देखना हुंदा है कि असी किस पासे विचरदे हाँ। असी तमोगुणी हाँ, रजोगुणी हाँ, सतोगुणी हाँ, किवें पता चले? जे नक सज्जे पासे नजर आउंदा, साडा सारा ध्यान इस पासे है, तमोगुणी हाँ। जे सारा ध्यान इस पासे है, रजोगुणी हाँ। जे दोनों पासे विचाले ध्यान है, दोनों पासे तो नक दिसदा है, सतोगुणी हाँ। जेकर नहीं दिसदा, एक दृष्ट हाँ, मन देवता है। फिर आपां इत्थों गुर दा खेल चलदा है। गुर की है कि आपां सुरती नूं शब्द दे पिछे लेके जाना है। इत्थों आवाज़ पहले इस पॉइंट ते ध्यान ला के अपने आप नूं परखना है। इस तो बाद आवाज़ देवांगे कि ध्यान सामने लेके आओ, ते आपां सामने देखना है। फिर आवाज़ देवांगे कि ध्यान नूं मस्तक दे सामने लै जाओ, फिर पलकां उत्ते चुक दिओ। फिर जदों कहांगे सामने, फिर वापस सामने। फिर जदों कहांगे सम करके देखो, फिर इस पॉइंट ते सम करके अपने आप नूं देखना है। जेकर कोई नवां जीव जिसनूं नक नज़र आउंदा है, उसने फिर आके देखना है कि नक नज़र आउंदा है कि नहीं। जेकर नज़र आउणों हट गया तो वह एक दृष्ट हो गया। फिर आपां ध्याना शुरू करना है विश्वास के नाल। जदों फिर मन प्रकाश हो जाता है, भरम खत्म हो जाता है, फिर एक चेता हो जाता है। जब तक पूरा विश्वास नहीं है उस तक वो दुचित्ती दे विच है, भरम है दुचित्ती दे विच है, दुविधा दे विच है। जदों एक खत्म हो जाता है, मन प्रकाश हो जाता है, भरम खत्म हो जाता है, फिर एक चित्त होके उसनूं ध्याउंदा है। सो आओ आप पहला अपने आप नूं देखिए। फिर जदों कहांगे अगे चलना है, पहला इत्थे दृष्टि सम करके अपने आप नूं परखना है। जो नवें जो जीव पहला कमाउंदे ने उन्हां अपने रूप नूं देखना है, प्रकाश रूप नूं। आओ सम करिए। सामने लेके आइए ध्यान, सामने देखिए। मस्तक दे सामने लै जाओ, पलकां उत्ते चुक दो। फिर सामने लेके आइए। फिर सम करके देखिए दृष्टि नूं, नक ते फोकस करके देखिए अपने आप नूं, अपने प्रकाश रूप नूं देखिए। जेकर कोई नवां जीव जे उसनूं नक दिसदा सी किसे नूं, उसने देखना है कि हुण भी दिसदा है जां हट गया। जेकर नक दिसणों हट गया तो वह एक दृष्ट हो गया। तो इस तो अगे अपना ध्यान दा खेल चलता है।
नीचे ले जो ध्यान नू, बिल्कुल रिलैक्स नीचे देखना है। फर्श चादर जो भी थल्ले विछया है उस तो थोड़ा ऊपर रिलैक्स होकर देखना है, जिथे सानू प्रकाश अनुभव होना शुरू होएगा। जल्दी न्याय सानू नजर आएगा, जिवें जल दियां लहरां हुंदियां सरोवर च, इदां प्रकाश दी हलचल अनुभव होएगी। और फिर अपने आप नू देखिए सम करके। फिर नीचे ले जो ध्यान।
ਫਿਰ ਸਮ ਕਰਕੇ ਦੇਖੀਏ ਆਪਣੇ ਆਪ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੁਰੂ ਪਿਆਰਿਓ, ਇਹ ਜੁਗਤੀ ਹੈ, ਤਰੀਕਾ ਹੈ ਕਰਨ ਦਾ, ਜਿਹਦੇ ਦੁਆਰਾ ਆਪਾਂ ਨਜ਼ਰਾਂ ਨਾਲ ਦੇਖ ਦੇਖ ਕੇ ਆਪੇ ਨੂੰ ਦੇਖਣਾ ਹੈ। ਇੱਥੇ ਆਪਣੇ ਆਪ ਨੂੰ ਦੇਖਦੇ ਹਾਂ, ਫਿਰ ਨੀਚੇ ਪ੍ਰਕਾਸ਼ ਨੂੰ, ਫਿਰ ਆਪਣੇ ਆਪ ਨੂੰ। ਉਹ ਰੰਗ ਚੜ੍ਹੇਗਾ ਤੇ ਸਾਡਾ ਮੁੱਖ ਪ੍ਰਕਾਸ਼ ਹੋਣਾ ਸ਼ੁਰੂ ਹੋ ਜਾਏਗਾ। ਸਾਨੂੰ ਆਪਣਾ ਮੁੱਖ ਪ੍ਰਕਾਸ਼ ਦਿਸਣਾ ਸ਼ੁਰੂ ਹੋ ਜਾਏਗਾ। ਆਪੇ ਨੂੰ ਪਹਿਚਾਣ ਕੇ ਤੇ ਅਸੀਂ ਇੱਥੇ ਸਾਰੇ ਪ੍ਰਕਾਸ਼ ਦੇਖ ਸਕਦੇ ਹਾਂ ਤੇ ਸਾਡਾ ਭਰਮ ਖਤਮ ਹੋ ਜਾਏਗਾ ਤੇ ਅਸੀਂ ਮੁਕਤ ਹੋ ਸਕਦੇ ਹਾਂ। ਜਿਸ ਕਾਰਜ ਵਾਸਤੇ ਆਪਾਂ ਨੂੰ ਇਹ ਮਨੁੱਖਾ ਜਨਮ ਮਿਲਿਆ ਹੈ, ਆਪਾਂ ਉਸ ਕਾਰਜ ਨੂੰ ਪੂਰਾ ਕਰ ਸਕਦੇ ਹਾਂ। ਸੋ ਇਸ ਤਰੀਕੇ ਨਾਲ ਆਪਾਂ ਸਮ ਕਰਨਾ ਹੈ ਨੀਚੇ, ਫਿਰ ਇਹ ਦੋ ਥਾਂ ਤੇ ਅਭਿਆਸ ਕਰਨਾ ਹੈ। ਜੇ ਕੋਈ ਨਵਾਂ ਜੀਵ ਆ, ਉਸਨੇ ਪਹਿਲਾਂ ਇਹ ਅਭਿਆਸ ਕਰਨਾ ਹੈ। ਉਦੋਂ ਤੱਕ, ਜਦ ਤੱਕ ਸਾਨੂੰ ਇਹ ਆਪਣਾ ਨੱਕ ਸ਼ੀਸ਼ਾ ਨਹੀਂ ਦਿਸਣਾ ਲੱਗ ਜਾਂਦਾ। ਸੋ ਇੰਨੇ ਕੁ ਵਿਚਾਰ ਕਰਦੇ ਹਾਂ, ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਨੇ। ਆਪ ਸੰਗਤ ਸਤਿਗੁਰੂ ਜੀ ਬਖਸ਼ਣਯੋਗ ਹੋ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।